कोई एक गल दस दे कि कोई एक पार्टी के सारे कैंਡੀਡੇਟ चंगे होंदे होण और इसे करके मैं किसी पार्टी का समर्थन नहीं कर रही। किरदार वाले लोकी ने ਉਹਨਾਂ ਨੂੰ ਮੈਂ ਸਪੋਰਟ ਕਰ ਰਹੀ ਹਾਂ ਔਰ ਉਹ ਵੀ ਕਿਸੇ ਪਾਰਟੀ ਦੇ ਸੰਬੰਧ ਦੇ ਵਿੱਚ ਨਹੀਂ, ਇਹ ਇੱਕ ਉਹਨਾਂ ਦੀ ਪਰਸਨਲ ਸ਼ਖਸੀਅਤ ਵੇਖ ਕੇ। ਔਰ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਦੜਵੇ ਤੋਂ ਗੁਲਜ਼ਾਰੀ ਮੋਹਨ ਕਬੱਡੀ ਪਲੇਅਰ ਨੇ। ਸਿੰਘ ਮਾਨ ਦੇ ਤੁਸੀਂ ਜਾ ਰਹੇ ਹੋ ਹਲਕੇ, ਤਾਂ ਇਹ ਸਾਰੀਆਂ ਗੱਲਾਂ ਰੱਖੋਗੇ, ਸਾਰੇ ਮੁੱਦੇ ਰੱਖੋਗੇ ਉਹਨਾਂ? ਰਣਜੀਤ ਸਿੰਘ ਮਾਨ ਜਿਹੜੇ ਮਾਓਵਾਦੀ ਨਕਸਲਾਈਟਸ ਨੂੰ ਜਿਹੜੇ ਜੰਗਲਾਂ 'ਚ ਮਾਰ ਦਿੰਦੇ ਆ, ਉਹਨਾਂ ਦੀ ਪਾਰਟੀ ਮੁੱਦਾ ਚੁੱਕਦੀ ਆ ਉਹਦੇ ਉੱਤੇ। ਕਿਵੇਂ ਦੇਖਦੇ ਹੋ ਸਾਰੇ ਚਿਹਰਿਆਂ ਨੂੰ, ਜਿਹੜੇ ਮੁੱਖ ਚਿਹਰੇ ਨੇ ਹਰ ਇੱਕ ਪਾਰਟੀ? ਵੇਖੋ ਜੀ, ਮੁੱਖ ਚਿਹਰੇ ਨੂੰ ਵੇਖ ਕੇ ਵੋਟ ਨਹੀਂ ਪਾਉਣੀ ਚਾਹੀਦੀ, ਆਪਣੇ ਹਲਕੇ ਦੇ ਐਮਐਲਏ ਨੂੰ ਵੇਖ ਕੇ ਵੋਟ ਪਾਉਣੀ ਚਾਹੀਦੀ ਆ। ਮਨ ਬਾਈ ਚੰਗੇ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਆਮ ਆਦਮੀ ਪਾਰਟੀ ਸਾਰੀ ਹੀ ਚੰਗੀ ਹੋਗੀ। ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਫਿਰ ਆਮ ਆਦਮੀ ਪਾਰਟੀ ਰਹਿ ਨਹੀਂ ਗਈ, ਕਿਉਂਕਿ ਉਹਦੇ ਵਿੱਚ ਕਾਂਗਰਸ ਦੇ, ਉਹਦੇ ਵਿੱਚ ਅਕਾਲੀ ਦੇ ਸਾਰੇ ਹੀ ਅੱਜ ਕੱਲ੍ਹ ਜੁਆਇਨ ਕਰ ਰਹੇ ਨੇ। ਉਧਰੋਂ ਨਹੀਂ ਟਿਕਟ ਮਿਲਦੀ ਤੇ ਇੱਧਰ ਜੁਆਇਨ ਕਰ ਲੈਂਦੇ ਨੇ। ਸੋ ਪਾਰਟਿਕੂਲਰਲੀ ਇਹ ਤਿੰਨੇ ਪਾਰਟੀਆਂ ਇੱਕੋ ਜਿਹੀਆਂ ਹੀ ਆ। ਇੰਨੀ ਬਾਰੇ ਤੁਹਾਡਾ ਕੀ ਖਿਆਲ ਹੈ, ਜਿਹੜੇ ਮੁੱਖ ਮੰਤਰੀ ਦਾ ਚਿਹਰਾ ਲਾਇਆ ਗਿਆ ਕਾਂਗਰਸ ਪਾਰਟੀ ਵੱਲੋਂ? ਇਹ ਕੱਲ੍ਹ ਨੂੰ ਲੋਕੀ ਮੈਨੂੰ ਵੀ ਕੁਐਸਚਨ ਕਰ ਸਕਦੇ ਆ ਵੀ ਤੂੰ ਇਸ ਬੰਦੇ ਦੀ ਸਪੋਰਟ ਕਰਨ ਵਾਸਤੇ ਆਈ ਸੀਗੀ, ਇਸ ਬੰਦੇ ਨੇ ਤੇ ਸਾਡੇ ਕੰਮ ਹੀ ਨਹੀਂ ਕਰਾਏ, ਇਹਨੇ ਤੇ ਰੇਤ ਮਾਫੀਆ ਕਰ ਲਿਆ, ਇਹਨੇ ਤੇ ਸ਼ਰਾਬ ਦੇ ਠੇਕੇ ਕਰ ਲਏ, ਜਾਂ ਇਹਨੇ ਇਲਾਕੇ 'ਚ ਸ਼ਰਾਬ ਵੰਡੀ ਹੈ। ਰਣਜੀਤ ਸਿੰਘ ਮਾਨ ਨੇ ਇਲਾਕੇ 'ਚ ਸ਼ਰਾਬ ਵੰਡੀ ਹੈ, ਨਾ ਸੂਟ ਵੰਡੇ ਹੈ, ਨਾ ਹੀ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ ਹੈ, ਔਰ ਨਾ ਹੀ ਗੁਲਜ਼ਾਰੀ ਭਾਈ ਨੇ ਕਿਸੇ ਤਰੀਕੇ ਦੀ ਸ਼ਰਾਬ ਵੰਡੀ ਹੈ ਜਾਂ ਕੀਤਾ ਹੈ। ਜਿਹੜੇ ਲੋਕੀ ਇਹੋ ਜਿਹੇ ਕੰਮ ਕਰਨਗੇ, ਆਈ ਐਮ ਸੌਰੀ ਟੂ ਸੇ, ਮੈਂ ਉਹਨਾਂ ਲੋਕਾਂ ਨੂੰ ਸਪੋਰਟ ਨਹੀਂ ਕਰਦੀ, ਬਿਕਾਜ਼ ਆਈ ਐਮ। ਪਿਛਲੇ ਦਿਨੀ ਜਿਹੜੇ ਅਦਾਕਾਰ ਨੇ ਬੀਜੇਪੀ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਆਪਣੇ ਨਾਲ ਸ਼ਾਮਿਲ ਕਰ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਪੱਖੋਂ ਜਾਂ ਕਿਸੇ ਅਹੁਦੇ ਪੱਖੋਂ ਅਸੀਂ ਸੇਫ ਹੋ ਜਾਈਏ ਔਰ ਅਸੀਂ ਆਉਣ ਵਾਲੇ ਟਾਈਮ ਦੇ ਉੱਤੇ ਜੇ ਬੀਜੇਪੀ ਸਰਕਾਰ ਸੈਂਟਰ 'ਚ ਰਿਪੀਟ ਹੁੰਦੀ ਹੈ, ਸਾਨੂੰ ਚੰਗੇ ਅਹੁਦੇ ਮਿਲ ਜਾਣਗੇ। ਪਰ ਉਹ ਇਹ ਲੋਕੀ ਇਹ ਨਹੀਂ ਦੇਖਦੇ ਕਿ ਸਾਡੀ ਆਈਡੀਓਲੋਜੀ ਕੀ ਹੈ। ਵੈਸੇ ਤੁਹਾਨੂੰ ਅਪਰੋਚ ਕੀਤਾ ਸੀ ਭਾਜਪਾ ਨੇ? ਵੇਖੋ, ਮੈਨੂੰ ਅਪਰੋਚ ਕੀਤਾ, ਮੈਂ ਐਵੇਂ ਕਹਾਂ ਮੈਨੂੰ ਅਪਰੋਚ ਨਹੀਂ ਕੀਤਾ, ਬਟ ਮੇਰੀ ਆਈਡੀਓਲੋਜੀ ਨਹੀਂ ਮੈਚ ਖਾਂਦੀ ਹੁੰਦੇ ਸੀਗੇ। ਹੁਣ ਇੱਕਦਮ ਦੇਖਿਆ ਜਾਵੇ ਉਹਨਾਂ ਵਾਸਤੇ ਕੈਂਪੇਨ ਨਹੀਂ ਹੋ ਰਿਹਾ, ਕੁਝ ਵੀ ਨਹੀਂ ਹੋ ਰਿਹਾ, ਪਾਸਾ ਜਿਹਾ ਵੱਟ ਕੇ ਲੱਗਦਾ। ਕੀ ਕਾਰਨ ਲੱਗਦਾ ਤੁਹਾਨੂੰ ਇਸ ਕਰਕੇ? ਇਹਦਾ ਕੀ ਕਾਰਨ ਲੱਗਦਾ? ਆਈ ਡੋਂਟ ਸਪੋਰਟ ਦੈਮ ਬੇਸਿਕਲੀ। ਮੈਨੂੰ ਤੇ ਬਾਕੀ ਪਾਰਟੀਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਲੱਗਦਾ, ਠੀਕ ਹੈ। ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਸਾਰੇ ਇਕੱਠੇ ਹੋ ਕੇ ਲੜਨਗੇ, ਬਿਕਾਜ਼ ਆਈ ਲਾਈਕ ਉਗਰਾਹਾਂ ਦੀ ਆਈਡੀਓਲੋਜੀ ਐਂਡ ਆਈ ਲਾਈਕ ਕੀਰਤੀ ਕਿਸਾਨ ਯੂਨੀਅਨ ਆਈਡੀਓਲੋਜੀ। ਐਂਡ ਕਾਫੀ ਸਾਰੀ ਲੜਕੀਆਂ ਦੀਆਂ ਟਿਕਟਾਂ ਕੱਟਤੀਆਂ, ਜਿਵੇਂ ਦਾਮਨ ਬਾਜਵਾ ਹੋ ਗਏ, ਬਿੱਟੀ ਹੋ ਗਏ, ਤਾਂ ਉਹਨਾਂ ਸਾਰਿਆਂ ਨੇ ਕਿਹਾ ਵੀ ਇਹ ਜਿਹੜਾ ਨਾਰਾ ਇੱਥੇ ਦਾ ਢੁਕਦਾ ਨਹੀਂ ਹੈਗਾ। ਲੱਗਦਾ ਹੈ ਕਿ ਬਿੱਟੀ ਜੀ ਦੀ ਟਿਕਟ ਨਹੀਂ ਕੱਟਣੀ ਚਾਹੀਦੀ ਸੀਗੀ, ਬਿਕਾਜ਼ ਇੰਨੇ ਵਧੀਆ ਬੋਲਦੇ ਨੇ, ਇੰਨਾ ਗੁੱਡ ਸਪੀਕਰ ਨੇ ਔਰ ਚੰਗੇ ਇਨਸਾਨ ਨੇ, ਔਰ ਇੱਕ ਕਾਂਗਰਸ ਦੇ ਵਿੱਚ ਇੱਕ ਚੰਗਾ ਬੁਲਾਰਾ ਸੀਗਾ, ਉਹਨਾਂ ਦੀ ਟਿਕਟ ਕੱਟਣੀ ਨਹੀਂ ਚਾਹੀਦੀ ਸੀ। ਸੱਚ ਇੱਕ ਨਵਾਂ ਮੋੜ ਆਇਆ ਜਦੋਂ ਦਾ ਡੇਰਾ ਮੁਖੀ ਰਾਮ ਰਹੀਮ ਨੂੰ ਫਰਲੋ ਮਿਲੀ ਹੈਗੀ। ਦੇਖੋ, ਪੋਲੀਟਿਕਸ ਇਲੈਕਸ਼ਨਸ ਦੇ ਵੇਲੇ ਜਿਹੜੇ ਵੀ ਇਹੋ ਜਿਹੇ ਫੈਸਲੇ ਲਿੱਤੇ ਜਾਂਦੇ ਆ, ਆਪਾਂ ਸਾਰਿਆਂ ਨੂੰ ਪਤਾ ਉਹ ਸਿਆਸੀ ਫੈਸਲੇ ਨੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਗੱਠਜੋੜ ਤੇ ਉਹਨਾਂ ਦਾ ਹੋਇਆ ਹੀ ਹੋਊਗਾ ਕਿ ਕਿੰਨੀ ਹੱਦ ਤੱਕ ਉਹ ਜਿਹੜੀ ਵੋਟਾਂ ਨੇ ਉਹ ਭਾਜਪਾ ਨੂੰ ਪਵਾਉਂਦੇ ਨੇ ਜਾਂ ਦੂਜੀਆਂ ਪਾਰਟੀਆਂ ਨੂੰ, ਜਿਨ੍ਹਾਂ ਦੇ ਨਾਲ ਉਹਨਾਂ ਦਾ ਇੰਟਰਨਲ ਪੋਲੀਟਿਕਸ ਦੇ ਨਾਲ ਗੱਠਜੋੜ ਹੋਇਆ ਹੋਊਗਾ। ਰਾਮ ਰਹੀਮ ਦੇ ਫੋਲੋਅਰਸ ਨੂੰ ਮੈਂ ਇਹ ਗੱਲ ਕਹਿ ਰਹੀ ਹਾਂ ਵੀ ਤੁਸੀਂ ਇੰਨੇ ਹੋ ਕੇ ਵੋਟਾਂ ਨਾ ਪਾਇਓ, ਵੀ ਤੁਸੀਂ ਵੇਖਿਓ ਵੀ ਆਪਣੇ ਇਲਾਕੇ ਦੇ ਵਿੱਚ ਕਿਹੜਾ ਚੰਗਾ ਇਨਸਾਨ ਹੈ। ਤੁਹਾਨੂੰ ਸਿਆਸਤ ਲੈ ਕੇ ਕਿਵੇਂ ਦੇਖਦੇ ਹੋ, ਕਿ ਆਉਂਗੇ ਸਿਆਸਤ ਵਿੱਚ? ਮੈਨੂੰ ਲੱਗਦਾ ਹੈ ਮੇਰਾ ਕੰਫਰਟ ਜ਼ੋਨ ਹੈਗਾ ਆ, ਔਰ ਇਹਨਾਂ ਦੀ ਥਿੰਕਿੰਗ ਇਹ ਹੈ, ਇਹਨਾਂ ਦੀ ਥਿੰਕਿੰਗ ਮੇਰੇ ਮੈਚ ਖਾਂਦੀ ਹੈ ਕਿਸੇ ਤਰੀਕੇ ਦੇ ਨਾਲ, ਮੈਂ ਉਹੀ ਪਾਰਟੀ ਜੁਆਇਨ ਕਰੂੰਗੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਪੰਜਾਬ ਚੋਣਾਂ ਦਾ ਆਖਰੀ ਪੜਾਅ ਇੱਕ ਤਰ੍ਹਾਂ ਤੋਂ ਸ਼ੁਰੂ ਹੋ ਚੁੱਕਿਆ। ਹਰ ਇੱਕ ਪਾਰਟੀ ਦਾ ਅਖੀਰਲੇ ਦਿਨਾਂ 'ਚ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈਗਾ। ਸਾਡੇ ਨਾਲ ਨੇ ਸੋਨੀਆ ਮਾਨ। ਜਾਣਦੇ ਹਾਂ ਵੀ ਅਖੀਰਲੇ ਦਿਨਾਂ 'ਚ ਉਹ ਪੰਜਾਬ 'ਚ ਕਿਹਦੇ ਵਾਸਤੇ ਕੈਂਪੇਨ ਕਰਨਗੇ, ਕਿਹੜੇ ਹਲਕਿਆਂ ਜਾਣਗੇ ਤੇ ਕੀ ਵਿਚਾਰ ਲੋਕਾਂ 'ਚ ਰੱਖਣਗੇ। ਸੋਨੀਆ ਮਾਨ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਅਖੀਰਲੇ ਦਿਨ ਨੇ, ਹਰ ਪਾਰਟੀ ਨੇ ਆਪਦੇ ਸਾਰੇ ਪੱਤੇ ਖੋਲ ਚੁੱਕੇ ਆ ਲਗਭਗ, ਤੇ ਤੁਸੀਂ ਕਿੱਥੇ ਪੰਜਾਬ 'ਚ ਜਾ ਰਹੇ ਹੋ, ਕਿਹਦੇ ਵਾਸਤੇ ਕੈਂਪੇਨ ਕਰੋਗੇ, ਕੀ ਮੁੱਦੇ ਲੈ ਕੇ ਜਾ ਰਹੇ ਹੋ? ਵੇਖੋ ਜੀ, ਮੈਂ ਪਹਿਲੋਂ ਤੋਂ ਸ਼ੁਰੂ ਤੋਂ ਇੱਕੋ ਗੱਲ ਕਹਿਣੀ ਆਈ ਹਾਂ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਮੈਨੂੰ ਕੋਈ ਇੱਕ ਗੱਲ ਦੱਸ ਦੇ ਕਿ ਕੋਈ ਇੱਕ ਪਾਰਟੀ ਦੇ ਸਾਰੇ ਕੈਂਡੀਡੇਟ ਚੰਗੇ ਹੁੰਦੇ ਹੋਣ
ਔਰ ਇਸੇ ਕਰਕੇ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਹੀ ਔਰ ਨਾ ਹੀ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਕੀਤੀ ਹੈ। ਔਰ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ ਕਿ ਜਿਹੜੇ ਚੰਗੇ ਕਿਰਦਾਰ ਵਾਲੇ ਲੋਕੀ ਨੇ ਉਹਨਾਂ ਨੂੰ ਮੈਂ ਸਪੋਰਟ ਕਰ ਰਹੀ ਹਾਂ ਔਰ ਉਹ ਵੀ ਕਿਸੇ ਪਾਰਟੀ ਦੇ ਸੰਬੰਧ ਦੇ ਵਿੱਚ ਨਹੀਂ, ਇਹ ਇੱਕ ਉਹਨਾਂ ਦੀ ਪਰਸਨਲ ਸ਼ਖਸੀਅਤ ਵੇਖ ਕੇ। ਔਰ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਦੜਵੇ ਤੋਂ ਗੁਲਜ਼ਾਰੀ ਮੋਨਕ ਕਬੱਡੀ ਪਲੇਅਰ ਨੇ ਔਰ ਗੁਲਜ਼ਾਰੀ ਬਾਈ ਨੇ ਪੂਰਾ 1.5 ਸਾਲ ਜੋ ਅਸੀਂ ਅੰਦੋਲਨ ਦੇ ਵਿੱਚ ਲਾਇਆ ਆ, ਸਾਡੇ ਨਾਲ ਰਹੇ ਨੇ ਉੱਥੇ ਉਹ। ਔਰ ਭਾਵੇਂ ਉਹ ਯੂਪੀ ਹੋਵੇ, ਰਾਜਸਥਾਨ ਹੋਵੇ, ਹਰਿਆਣਾ ਹੋਵੇ, ਹਰ ਇੱਕ ਪਿੰਡ ਦੇ ਵਿੱਚ ਜਾ ਕੇ ਮਤਲਬ ਸਾਡੇ ਨਾਲ ਉਹਨਾਂ ਨੇ ਹੁੰਗਾਰਾ ਭਰਿਆ ਹੈ। ਭਾਵੇਂ ਇੱਕ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹੋਏ ਉਹਨਾਂ ਨੂੰ ਸਟੇਜ 'ਤੇ ਬੋਲਣ ਨਹੀਂ ਦਿੱਤਾ ਜਾਂਦਾ ਸੀਗਾ, ਬਟ ਫਿਰ ਵੀ ਉਹ ਪਿੱਛੇ ਰਹਿ ਕੇ ਭਾਵੇਂ ਉਹ ਸਫਾਈ ਮੁਹਿੰਮ ਅਸੀਂ ਕਨਵਰ ਬਾਈ ਔਰ ਹਰਫ ਅਸੀਂ ਰਾਜਵੀਰ ਅਸੀਂ ਕਰਦੇ ਹੁੰਦੇ ਸੀਗੇ, ਉਹਨਾਂ ਉਸ ਚੀਜ਼ ਦੇ ਵਿੱਚ ਵੀ ਉਹ ਸਵੇਰੇ ਉੱਠ ਕੇ ਸਾਡੇ ਨਾਲ ਜਾਂਦੇ ਹੁੰਦੇ ਸੀਗੇ ਈਚ ਐਂਡ ਐਵਰੀ ਵੇ। ਸੋ ਉਹਨਾਂ ਨੂੰ ਮੈਂ ਬਹੁਤ ਕਰੀਬੀ ਜਾਣਿਆ ਆ ਇਸ ਅੰਦੋਲਨ ਦੇ ਦੌਰਾਨ, ਤੋਂ ਮੈਂ ਉਹਨਾਂ ਦੀ ਇੱਕ ਗਰੰਟੀ ਲੈ ਸਕਦੀ ਹਾਂ ਵੀ ਉਹ ਇੱਕ ਚੰਗੇ ਇਨਸਾਨ ਨੇ, ਰਾਈਟ। ਔਰ ਬਾਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਇੰਟਰੋਡਕਸ਼ਨ ਦੀ ਤੇ ਲੋੜ ਹੀ ਨਹੀਂ, ਉਹਨਾਂ ਨੇ ਸਾਰੀ ਜ਼ਿੰਦਗੀ ਇੱਕ ਸਟੈਂਡ ਦੇ ਉੱਤੇ ਦਿੱਤੀ ਹੈ ਔਰ ਵਿਦਆਊਟ ਲਾਈਕ ਕੋਈ ਪਾਵਰ ਦੀ ਔਰ ਪੈਸੇ ਨੂੰ ਛੱਡ ਕੇ ਇੱਕ ਚੰਗੀ ਸ਼ਖਸੀਅਤ ਨੇ ਉਹ। ਔਰ ਬਾਕੀ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਗ੍ਰੈਂਡਸਨ ਨੇ ਉਹ ਮੇਰੇ ਬਹੁਤ ਚੰਗੇ ਦੋਸਤ ਨੇ, ਗੋਬਿੰਦ ਸਿੰਘ ਜੀ। ਸੋ ਮੈਂ ਉਹਨਾਂ ਦਾ ਥੈਂਕਸ ਕਰਦੀ ਹਾਂ ਬਿਕਾਜ਼ ਉਹਨਾਂ ਦੀ ਬਦੌਲਤ ਹੀ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਤਲਬ ਜਾਣਨ ਦਾ ਮੈਨੂੰ ਮੌਕਾ ਮਿਲਿਆ। ਔਰ ਕਿਉਂਕਿ ਇੱਕ ਕਾਮਰੇਡ ਪਰਿਵਾਰ ਨੂੰ ਮੈਂ ਬਿਲੋਂਗ ਕਰਦੀ ਹਾਂ ਔਰ ਮੇਰੇ ਫਾਦਰ ਨਕਸਲਾਈਟ ਸੀਗੇ ਐਂਡ ਮੇਰੇ ਮਾਸਟਰ ਜੀ ਮੇਜਰ ਜਨਰਲ ਸ਼ਬੇਗ ਸਿੰਘ। ਸੋ ਮੈਂ ਇੱਕ ਕਾਮਰੇਡ ਤੇ ਪੰਥਕ ਦੋਵੇਂ ਪਰਿਵਾਰਾਂ ਨੂੰ ਬਿਲੋਂਗ ਕਰਦੀ ਹਾਂ। ਸੋ ਬੇਸਿਕਲੀ ਮੈਨੂੰ ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ ਮੇਰੇ ਦੋਸਤ ਕਾਰਨ, ਗੋਬਿੰਦ ਕਾਰਨ, ਔਰ ਮੈਂ ਉਹਨਾਂ ਨੂੰ ਮਿਲੀ ਔਰ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਵੀ ਦੱਸੀਆਂ ਜਿਹਦੇ ਵਿੱਚ ਉਹ ਜਦੋਂ ਪੁਲਿਸ ਆਫਿਸਰ ਸੀਗੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਨਕਸਲਾਈਟ ਦੀ ਜਾਨ ਬਚਾਈ ਸੀਗੀ। ਔਰ ਇੱਕ ਨਕਸਲਾਈਟ ਦਾ ਨਾਮ ਸੀਗਾ ਹਰਭਜਨ ਸਿੰਘ, ਉਹ ਟ੍ਰਿਬਿਊਨ ਦੇ ਐਡੀਟਰ ਸੀਗੇ ਔਰ ਉਹਨਾਂ ਨੂੰ ਥਾਣੇ 'ਚ ਬੰਦ ਕੀਤਾ ਹੋਇਆ ਸੀਗਾ। ਅਤੇ ਅੰਕਲ ਨੇ ਦੱਸਿਆ ਕਿ ਉਹ ਪੁਲਿਸ 'ਚ ਸੀਗੇ ਉਦੋਂ ਔਰ ਉਹਨਾਂ ਨੇ ਜਦੋਂ ਦੇਖਿਆ ਵੀ ਉਹਨੂੰ ਥਾਣੇ 'ਚ ਰੱਖਿਆ ਹੈ ਔਰ ਉਹਦੀ ਕੋਈ ਐਂਟਰੀ ਨਹੀਂ ਪਾਈ ਰਜਿਸਟਰ ਦੇ ਵਿੱਚ, ਅਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹਦੀ ਐਂਟਰੀ ਕਿਉਂ ਨਹੀਂ ਪਾਈ, ਅਤੇ ਉਹ ਕਹਿੰਦੇ ਵੀ ਉੱਤੋਂ ਆਰਡਰ ਆਏ ਨੇ ਵੀ ਇਹਦਾ ਇਨਕਾਊਂਟਰ ਕਰਨਾ ਹੈ। ਅਤੇ ਅੰਕਲ ਕਹਿੰਦੇ ਵੀ ਮੈਂ ਕਿਹਾ ਵੀ ਕਿਸੇ ਦੀ ਹੱਤਿਆ ਕਰਨੀ ਸਾਡੀ ਗੁਰੂ ਗ੍ਰੰਥ ਸਾਹਿਬ ਨਹੀਂ ਸਿਖਾਉਂਦੀ ਵੀ ਤੁਸੀਂ ਕਿਸੇ ਨੂੰ ਐਵੇਂ ਮਾਰ ਦਿਓ। ਅਤੇ ਅੰਕਲ ਨੇ ਉਹਦੀ ਐਂਟਰੀ ਰਜਿਸਟਰ ਦੇ ਵਿੱਚ ਪਵਾ ਕੇ ਉਹਦੀ ਜਾਨ ਬਚਾਈ ਸੀਗੀ। ਐਂਡ ਉਸ ਤੋਂ ਬਾਅਦ ਵੀ ਉਹ ਟ੍ਰਿਬਿਊਨ ਦਾ ਐਡੀਟਰ ਹਰਭਜਨ ਸਿੰਘ ਇੱਕ ਨਕਸਲਾਈਟ ਸੀਗਾ ਔਰ ਕਾਫੀ ਸਟੇਜਾਂ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਬੋਲੇ। ਔਰ ਉਸ ਤੋਂ ਬਾਅਦ ਇੱਕ ਭੋਲਾ ਨਕਸਲੀ ਸੀਗਾ ਸੰਗਰੂਰ ਦਾ, ਉਹਨੂੰ ਵੀ ਜਦੋਂ ਸਰਦਾਰ ਸਾਹਿਬ ਨੂੰ ਪਤਾ ਲੱਗਾ ਸੀਗਾ ਕਿ ਉਹਦਾ ਐਨਕਾਊਂਟਰ ਕਰ ਰਹੀ ਹੈ ਪੁਲਿਸ, ਔਰ ਉਹਨੂੰ ਘਰ ਬੁਲਾ ਕੇ ਉਹਨਾਂ ਨੇ ਘਰ ਦੇ ਅੰਦਰ ਕਾਫੀ ਦੇਰ ਲੁਕਾਈ ਰੱਖਿਆ ਕਿ ਉਹਨੂੰ ਮਾਰ ਨਾ ਦੇਣ। ਸੋ ਮੈਂ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੀ ਹਾਂ ਔਰ ਜਾਣਦੀ ਹਾਂ, ਅਤੇ ਮੈਂ ਇਹ ਜਾਣਦੀ ਹਾਂ ਵੀ ਮਤਲਬ ਕਾਮਰੇਡ ਇੱਕ ਵਿਚਾਰਧਾਰਾ ਹੈ, ਕੋਈ ਧਰਮ ਨਹੀਂ ਗਾ। ਧਰਮ ਸਾਡਾ ਸਿੱਖੀ ਹੈ, ਅਸੀਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਔਰ ਵਿਚਾਰਧਾਰਾ ਕਿਸੇ ਦੀ ਕੋਈ ਵੀ ਹੋ ਸਕਦੀ ਹੈ। ਔਰ ਮੇਰੇ ਫਾਦਰ ਦੀ ਵਿਚਾਰਧਾਰਾ ਕਾਮਰੇਡ ਸੀਗੀ, ਸੋ ਬਟ ਉਹ ਬਿਲੋਂਗ ਤੇ ਸਿੱਖੀ ਪਰਿਵਾਰ ਨੂੰ ਕਰਦੇ ਸੀਗੇ। ਮੈਂ ਬਹੁਤ ਵਾਰੀ ਦੱਸਿਆ ਮੇਰੇ ਗ੍ਰੈਂਡਫਾਦਰ ਗ੍ਰੈਂਡਮਦਰ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ। ਸੋ ਲਾਈਕ ਇਹਦੇ ਵਿੱਚ ਤੁਸੀਂ ਜਿਹੜੀਆਂ ਸਰਕਾਰਾਂ ਦੀਆਂ ਏਜੰਸੀਆਂ ਨੇ ਸਾਡੇ ਵਿੱਚ ਜਿਹੜੀ ਪਾੜ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਕਾਮਰੇਡ ਵਰਸਸ ਸਿੱਖ ਕਰਦੀਆਂ ਨੇ, ਮੈਂ ਨਹੀਂ ਚਾਹੁੰਦੀ ਕਿ ਜੋ ਇਸ ਅੰਦੋਲਨ ਦੇ ਦੌਰਾਨ ਮੈਂ ਹਿਊਮਿਲੇਟ ਹੋਈ ਹਾਂ ਔਰ ਮੇਰੇ ਫਾਦਰ ਨੂੰ ਲੈ ਕੇ ਜਾਂ ਮੈਨੂੰ ਲੈ ਕੇ ਜਾਂ ਹੋਰ ਵੀ ਮੇਰੇ ਜਿਹੜੇ ਸਾਡੇ ਪਾਰਟੀ ਦੇ ਕਾਮਰੇਡ ਉਹਨਾਂ ਦੀਆਂ ਵਾਈਫਸ ਦੇ ਉੱਤੇ ਜਿਹੜਾ ਇਹ ਵਾਰ ਕੀਤਾ ਗਿਆ ਸੀਗਾ। ਸੋ ਆਈ ਡੋਂਟ ਲਾਈਕ ਆਲ ਦਿਸ ਬਿਕਾਜ਼ ਸਾਡੀ ਗੁਰੂ ਗ੍ਰੰਥ ਸਾਹਿਬ ਸਿਖਾਉਂਦੀ ਨਹੀਂ ਕਿ ਤੁਸੀਂ ਕਿਸੇ ਨੂੰ ਵੀ ਮੰਦਾ ਬੋਲੋ, ਠੀਕ ਹੈ। ਔਰ ਖਾਸ ਕਰਕੇ ਲੇਡੀ ਨੂੰ ਤੇ ਸੋ ਕਿਉਂ ਮੰਦਾ ਆਖੇ ਜਿਨ ਜੰਮਨ ਰਾਜਾ, ਜਿਹੜਾ ਰਾਜਾ ਨੂੰ ਜਨਮ ਦਿੰਦੀ ਹੈ ਉਹਨੂੰ ਤੁਸੀਂ ਕਿਉਂ ਬੁਰਾ ਕਹਿ ਸਕਦੇ ਹੋ, ਔਰ ਰਾਈਟ। ਔਰ ਬਾਕੀ ਗੱਲ ਜਦੋਂ ਸਾਡੇ ਵਿੱਚ ਕੋਈ ਡਿਵੀਜ਼ਨਸ ਹੀ ਨਹੀਂ ਹੈਗੀਆਂ, ਉਹ ਖਾੜਕੂ ਸਿੰਘ ਔਰ ਨਕਸਲਾਈਟ ਦੋਨੋਂ ਹੀ ਜਿਹੜੇ ਨੇ ਉਹ ਸਰਕਾਰ ਦੇ ਜ਼ਬਰ ਦੇ ਖਿਲਾਫ ਲੜਦੇ ਸੀਗੇ, ਸਰਕਾਰਾਂ ਦੇ ਖਿਲਾਫ ਲੜਦੇ ਸੀਗੇ। ਅਤੇ ਇਹ ਜਿਹੜੀਆਂ ਪਾੜਾਂ ਪਾਈਆਂ ਨੇ ਇਹ ਏਜੰਸੀਆਂ ਨੇ ਪਾਈਆਂ ਨੇ,
ਤਾਂ ਕਿ ਇਹ ਆਪਸ 'ਚ ਕਿਤੇ ਇਕੱਠੇ ਨਾ ਹੋ ਜਾਣ, ਕਿਉਂਕਿ ਸਾਡੀ ਇਤਿਹਾਸ ਕਹਿੰਦਾ ਹੈ ਵੀ ਸਾਡੀ ਜਿਹੜੀ ਕੌਮ ਹੈ ਉਹਨਾਂ ਨੇ ਤੇ ਮੁਗਲਾਂ ਨੂੰ ਵੀ ਹਰਾ ਦਿੱਤਾ ਸੀਗਾ। ਲਾਈਕ ਉਹ ਬਹੁਤ ਸਟਰੋਂਗ ਹੈ, ਔਰ ਜੇ ਇਹ ਇਕੱਠੇ ਹੋ ਗਏ ਤੇ ਇਹਨਾਂ ਨੂੰ ਹੋਰ ਕੋਈ ਨਹੀਂ ਹਰਾ ਸਕਦਾ, ਉਵੇਂ ਹੀ ਨਹੀਂ ਸਾਨੂੰ ਕੋਈ ਹਰਾ ਸਕਦਾ। ਸੋ ਬੇਸਿਕਲੀ ਮੈਨੂੰ ਇਹ ਲੱਗਦਾ ਹੈ ਵੀ ਇਹ ਡਿਵੀਜ਼ਨਸ ਨੂੰ ਖਤਮ ਕਰਨਾ ਚਾਹੀਦਾ ਹੈ। ਤੁਸੀਂ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਜਾਓਗੇ ਜਾਂ ਪ੍ਰਚਾਰ ਕਰੋਗੇ, ਜਿਹੜੀ ਕਨਸਟੀਟੂਐਂਸੀ ਆ ਹਲਕੇ ਤੁਸੀਂ ਜਾ ਰਹੇ ਹੋ, ਸਿਮਰਨਜੀਤ ਸਿੰਘ ਮਾਨ ਦੇ ਤੁਸੀਂ ਜਾ ਰਹੇ ਹੋ ਹਲਕੇ, ਤਾਂ ਇਹ ਸਾਰੀਆਂ ਗੱਲਾਂ ਰੱਖੋਗੇ, ਸਾਰੇ ਮੁੱਦੇ ਰੱਖੋਗੇ ਉਹਨਾਂ ਅੱਗੇ? ਵੇਖੋ ਜੀ, ਮੈਂ ਰੱਖੇ ਨੇ, ਮੈਂ ਆਲਰੇਡੀ ਗਈ ਸੀਗੀ ਉਹਨਾਂ ਦੇ ਨਾਲ, ਔਰ ਉਹਨਾਂ ਨੇ ਵੀ ਰੱਖੇ ਨੇ, ਉਹਨਾਂ ਨੇ ਵੀ ਬੋਲਿਆ ਹੈ ਔਰ ਵੀ ਕਿਸ ਤਰੀਕੇ ਦੇ ਨਾਲ। ਔਰ ਸਭ ਤੋਂ ਪਹਿਲੋਂ ਜੇ ਮੈਂ ਗੱਲ ਕਰਾਂ, ਸਿਮਰਨਜੀਤ ਸਿੰਘ ਮਾਨ ਜਿਹੜੇ ਮਾਓਵਾਦੀ ਨਕਸਲਾਈਟਸ ਨੂੰ ਜਿਹੜੇ ਜੰਗਲਾਂ 'ਚ ਮਾਰ ਦਿੰਦੇ ਆ, ਉਹਨਾਂ ਦੀ ਪਾਰਟੀ ਮੁੱਦਾ ਚੁੱਕਦੀ ਆ ਉਹਦੇ ਉੱਤੇ, ਠੀਕ ਹੈ, ਉਹਦੇ ਉੱਤੇ ਉਹਨਾਂ ਨੇ ਗੱਲ ਕੀਤੀ ਸੀਗੀ। ਔਰ ਜੇ ਗੱਲ ਕੀਤੀ ਜਾਵੇ ਖਾਲਿਸਤਾਨ ਦੀ, ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਸਭ ਤੋਂ ਪਹਿਲਾਂ ਇਸ ਦੇ ਬਾਰੇ ਗੱਲ ਕੀਤੀ ਸੀਗੀ। ਸੋ ਉਹ ਇੱਕ ਕਾਮਰੇਡ ਸੀਗੇ। ਸੋ ਬੇਸਿਕਲੀ ਉਸ ਤੋਂ ਬਾਅਦ ਜਾ ਕੇ ਅਕਾਲ ਤਖਤ ਦੇ ਉੱਤੇ ਇਹ ਮਤਾ ਪਾਸ ਹੋਇਆ ਸੀਗਾ। ਸੋ ਮੈਂ ਇਸ ਕਰਕੇ ਕਹਿੰਦੀ ਹਾਂ ਕਿ ਕਾਮਰੇਡ ਵਿਚਾਰਧਾਰਾ ਜਿਹੜੀ ਹੈ ਉਹ ਇੱਕ ਵਿਚਾਰਧਾਰਾ ਹੈ, ਉਹ ਇੱਕ ਧਰਮ ਨਹੀਂ ਹੈ। ਧਰਮ ਸਾਡਾ ਸਿੱਖੀ ਹੈ, ਵਿਚਾਰਧਾਰਾ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਹੈ। ਸੋ ਇਹ ਜਿਹੜੀਆਂ ਡਿਵੀਜ਼ਨਸ ਨੇ ਸਾਡੇ ਵਿੱਚ, ਉਹ ਮੈਂ ਖ਼ਤਮ ਕਰ ਰਹੀ ਹਾਂ। ਔਰ ਇਸੇ ਕਰਕੇ ਮਤਲਬ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੈਂ ਇੱਕ ਸਟੇਜ ਸਾਂਝਾ ਕਰਦੀ ਹਾਂ, ਔਰ ਅਸੀਂ ਇਕੱਠੇ ਮੈਂ ਉਹਨਾਂ ਦਾ ਪ੍ਰਚਾਰ ਕਰਦੀ ਹਾਂ। ਇੱਕ ਚੰਗੇ ਇਨਸਾਨ ਨੇ, ਚੰਗੀ ਸੋਚ ਦੇ ਪ੍ਰਤੀਕ ਨੇ, ਔਰ ਮੈਂ ਚਾਹੁੰਦੀ ਹਾਂ ਕਿ ਉਹ ਅਮਰਗੜ੍ਹ ਤੋਂ ਜਿੱਤਣ। ਤੇ ਓਵਰਆਲ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ? ਹੁਣ ਤਾਂ ਲਗਭਗ ਸਭ ਨੇ ਆਪਣੇ ਆਪਣੇ ਮੁੱਦੇ ਸਾਹਮਣੇ ਕਰ ਦਿੱਤੇ ਆ, ਸਭ ਦੇ ਫੇਸ ਵੀ ਸਾਹਮਣੇ ਆ ਗਿਆ। ਆਮ ਆਦਮੀ ਪਾਰਟੀ 'ਚੋਂ ਭਗਵੰਤ ਮਾਨ ਨੇ, ਕਾਂਗਰਸ ਵੱਲੋਂ ਚਰਨਜੀਤ ਚੰਨੀ ਨੇ, ਅਕਾਲੀ ਦਲ ਦੇ ਸੁਖਬੀਰ ਬਾਦਲ ਨੇ, ਭਾਜਪਾ ਨੇ ਹਜੇ ਡਿਸਾਈਡ ਨਹੀਂ ਕੀਤਾ। ਦੂਜੇ ਪਾਸੇ ਕਿਸਾਨਾਂ ਦੀ ਪਾਰਟੀ ਹੈ, ਉਹਨਾਂ ਦੇ ਰਾਜੇਵਾਲ ਨੇ। ਤਾਂ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਚਿਹਰਿਆਂ ਨੂੰ, ਜਿਹੜੇ ਮੁੱਖ ਚਿਹਰੇ ਨੇ ਹਰ ਇੱਕ ਪਾਰਟੀ ਦੇ? ਵੇਖੋ ਜੀ, ਮੁੱਖ ਚਿਹਰੇ ਨੂੰ ਵੇਖ ਕੇ ਵੋਟ ਨਹੀਂ ਪਾਉਣੀ ਚਾਹੀਦੀ, ਆਪਣੇ ਹਲਕੇ ਦੇ ਐਮਐਲਏ ਨੂੰ ਵੇਖ ਕੇ ਵੋਟ ਪਾਉਣੀ ਚਾਹੀਦੀ ਆ। ਮੈਂ ਚਾਹੁੰਦੀ ਹਾਂ ਕਿ 117 ਸੀਟਾਂ ਤੇ 117 ਐਮਐਲਏ, ਭਾਵੇਂ ਕਿ ਉਹ ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਬਟ ਉਹ ਚੰਗੇ ਇਨਸਾਨ ਹੋਣ। ਆਪਾਂ ਨੂੰ ਉਹ ਚੂਜ਼ ਕਰਨ ਦੀ ਲੋੜ ਹੈ ਵੀ ਜਿਹੜਾ ਮਰਜ਼ੀ ਪਾਰਟੀ ਦਾ ਹੋਵੇ, ਤੁਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਕਿਰਦਾਰਾਂ ਦੀ ਚੋਣ ਕਰਨੀ ਸਿੱਖੋ, ਤਾਂ ਕਿ ਉਹ 117 ਜਿਹੜੇ ਨੇ ਉਹ ਜਾ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਸਾਡੇ ਮੁੱਦੇ ਚੁੱਕਣ, ਸਾਡੇ ਪੰਜਾਬ ਦੀਆਂ ਪ੍ਰੋਬਲਮ ਸੌਰਟ ਆਊਟ ਕਰਨ। ਆਪਾਂ ਜੇ ਪਾਰਟੀਬਾਜ਼ੀ ਦੇ ਵਿੱਚ ਰਹਿ ਜਾਾਂਗੇ ਤੇ ਫਿਰ ਲਾਈਕ ਕੋਈ ਕਹਿੰਦਾ ਹੈ ਕਿ ਮੈਂ ਪੱਕਾ ਅਕਾਲੀ ਹਾਂ ਜੀ, ਕੋਈ ਕਹਿੰਦਾ ਮੈਂ ਪੱਕਾ ਕਾਂਗਰਸੀ ਹਾਂ ਜੀ, ਕੋਈ ਕਹਿੰਦਾ ਮੈਂ ਜੀ ਭਗਵੰਤ ਮਾਨ ਬਾਈ ਨੂੰ ਵੋਟ ਪਾਉਣੀ ਹੈ। ਵੇਖੋ ਜੀ, ਆਪਾਂ ਨੂੰ ਬਹੁਤ ਸੋਚ ਸਮਝ ਕੇ ਵਿਚਾਰ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਸਾਰੀ ਜਗ੍ਹਾ ਤੇ ਸਾਰੇ ਬੰਦੇ ਸਹੀ ਨਹੀਂ ਗੇ। ਲਾਈਕ ਜੇ ਮੈਂ ਖਰੜ ਦੀ ਗੱਲ ਕਰਾਂ, ਉਹ ਪਿਛਲੀ ਵਾਰੀ ਉਹ ਆਮ ਆਦਮੀ ਦੇ ਐਮਐਲਏ ਨੇ ਉੱਥੇ ਕੰਮ ਨਹੀਂ ਕੀਤਾ ਸੀਗਾ ਕੋਈ ਹੋਰ ਹੁਣ, ਬਟ ਉੱਥੇ ਅਨਮੋਲ ਗਗਨ ਮਾਨ ਹੈ। ਅਨਮੋਲ ਗਗਨ ਮਾਨ ਨੇ ਆਪਣਾ ਕਰੀਅਰ ਛੱਡਿਆ, ਸੈਕਰੀਫਾਈਸ ਕੀਤਾ। ਸ਼ੀ ਇਜ਼ ਅ ਗੁੱਡ ਗਰਲ, ਰਾਈਟ। ਮੈਂ ਕਹਿੰਦੀ ਵੀ ਉਹ ਚੰਗੀ ਹੈ। ਸੋ ਬੇਸਿਕਲੀ ਇਹ ਵੀ ਹੁਣ ਉਹਦੀ ਗਲਤੀ ਥੋੜਾ ਵੀ ਉਹਨੇ ਖਰੜ ਚੂਜ਼ ਕਰ ਲਿਆ। ਬਾਕੀ ਗੱਲ ਇਹ ਹੈ ਕਿ ਲੋਕੀ ਚੰਗੇ ਹੁੰਦੇ ਆ ਇਹਦੇ ਵਿੱਚ, ਮਤਲਬ ਭਗਵੰਤ ਮਾਨ ਬਾਈ ਚੰਗੇ ਆ, ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਆਮ ਆਦਮੀ ਪਾਰਟੀ ਸਾਰੀ ਹੀ ਚੰਗੀ ਹੋਗੀ। ਤੁਹਾਡੀ ਇੰਡਸਟਰੀ ਤੋਂ ਹੀ ਨਹੀਂ, ਦੋਨੋਂ ਜਾਣੇ, ਅਨਮੋਲ ਗਗਨ ਮਾਨ ਵੀ, ਭਗਵੰਤ ਮਾਨ, ਤੁਹਾਡਾ ਕੋਈ ਕਿੱਸਾ ਹੈ ਨਾਲ ਜੁੜਿਆ ਹੋਇਆ ਜਿਹੜੀ ਤੁਹਾਨੂੰ ਕੋਈ ਗੱਲ ਯਾਦ ਆਉਂਦੀ ਹੋਵੇ ਜੋ ਤੁਸੀਂ ਸਟਰਗਲ ਕਰ ਰਹੇ ਸੀ, ਜਾਂ ਤੁਹਾਡੇ ਨਾਲ ਕੋਈ ਕਦੇ ਕੋਈ ਇਹੋ ਜਿਹੀ ਗੱਲ ਹੋਈ ਹੋਵੇ? ਨਹੀਂ, ਇਹ ਜਿਹਾ ਮੇਰੇ ਨਾਲ ਕੋਈ ਇੰਨੀ ਗੂੜੀ ਸਾਂਝ ਨਹੀਂ ਗੀ, ਬਟ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਵੀ ਆਪਾਂ ਨੂੰ ਕਿਸੇ ਵੀ ਵਿਅਕਤੀ ਨੂੰ ਕਿਸੇ ਪਾਰਟੀ ਦੇ ਆਧਾਰ ਦੇ ਉੱਤੇ ਜੱਜ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਉਹਨਾਂ ਨੂੰ ਵਿਅਕਤੀਗਤ ਰੂਪ ਦੇ ਉੱਤੇ ਜਾਣਨਾ ਚਾਹੀਦਾ ਹੈ, ਔਰ ਉਹਦੇ ਬਾਰੇ ਮਤਲਬ ਵਿਚਰ ਕੇ ਵੇਖਣਾ ਚਾਹੀਦਾ ਹੈ ਵੀ ਉਹਨੂੰ ਵੋਟ ਪਾਉਣੀ ਚਾਹੀਦੀ ਹੈ, ਬਜਾਏ ਕਿ ਅਸੀਂ ਪਾਰਟੀ ਬਾਰੇ ਵੇਖੀਏ। ਕਿਉਂਕਿ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਫਿਰ ਆਮ ਆਦਮੀ ਪਾਰਟੀ ਰਹਿ ਨਹੀਂ ਗਈ, ਕਿਉਂਕਿ ਉਹਦੇ ਵਿੱਚ ਕਾਂਗਰਸ ਦੇ, ਉਹਦੇ ਵਿੱਚ ਅਕਾਲੀ ਦੇ ਸਾਰੇ ਹੀ ਅੱਜ ਕੱਲ੍ਹ ਜੁਆਇਨ ਕਰ ਰਹੇ ਨੇ। ਉਧਰੋਂ ਨਹੀਂ ਟਿਕਟ ਮਿਲਦੀ ਤੇ ਇੱਧਰ ਜੁਆਇਨ ਕਰ ਲੈਂਦੇ ਨੇ। ਸੋ ਪਰਟੀਕੁਲਰਲੀ ਇਹ ਤਿੰਨੇ ਪਾਰਟੀਆਂ ਇੱਕੋ ਜਿਹੀਆਂ ਹੀ ਆ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈਗਾ ਮੇਰੀਆਂ ਨਜ਼ਰਾਂ ਦੇ ਵਿੱਚ ਰਾਈਟ ਨਾਓ। ਔਰ ਮੈਨੂੰ ਲੱਗਦਾ ਬਾਕੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ। ਬਟ ਆਪਾਂ ਨੂੰ ਪਾਰਟੀਬਾਜ਼ੀ ਤੋਂ, ਫਿਰ ਤੋਂ ਮੈਂ ਕਹੂੰਗੀ, ਜਿਵੇਂ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਮੋਰਚੇ ਦੇ ਵਿੱਚ ਗਏ ਸੀਗੇ, ਅਸੀਂ ਸਾਰੀਆਂ ਪਾਰਟੀਆਂ ਤੋਂ ਉੱਤੇ ਉੱਠ ਕੇ ਇੱਕ ਕਿਸਾਨੀ ਝੰਡਾ ਚੱਕ ਕੇ ਅਸੀਂ ਮੋਰਚਾ ਫਤਿਹ ਕਰਕੇ ਆਏ ਸੀਗੇ, ਜਿਹਦੇ ਵਿੱਚ ਇੰਨੇ ਕਿਸਾਨੀ ਲੀਡਰ ਸੀਗੇ ਜਿਨ੍ਹਾਂ ਦੀ ਆਪਸ 'ਚ ਕਦੀ ਨਹੀਂ ਬਣੀ। ਅਸੀਂ ਇਕੱਠੇ ਹੋ ਕੇ ਉਹਨਾਂ ਨੇ ਇੱਕ ਮੋਰਚਾ ਲੜਿਆ, ਠੀਕ ਹੈ। ਬਟ ਇਸੇ ਤਰੀਕੇ ਦੇ ਨਾਲ ਇਹ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਤੁਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਜਾਓ, ਆਪਸ 'ਚ ਨਾ ਲੜੋ। ਮੈਂ ਐਗਜ਼ਾਮਪਲ ਜਿਵੇਂ ਚੋਰ ਦੀ ਐਗਜ਼ਾਮਪਲ ਦਿੰਦੀ ਹਾਂ। ਇੱਕ ਨੋਰਮਲ ਚੋਰ ਆਉਂਦਾ ਹੈ, ਉਹਨੂੰ ਅਸੀਂ ਕੁੱਟ ਕੇ ਘਰੋਂ ਭਜਾ ਦਿੰਦੇ ਹਾਂ ਜਾਂ ਉਹਦੀ ਕੰਪਲੇਂਟ ਲਿਖਵਾ ਦਿੰਦੇ ਹਾਂ।
ਉਹ ਚੋਰ ਜਿਹੜਾ ਹੈ ਉਹ ਤੇ ਸਾਡੀ ਲਾਈਕ ਲੈਪਟਾਪ ਚੋਰੀ ਕਰ ਲੂਗਾ, ਸਕੂਟਰ ਚੋਰੀ ਕਰ ਲੂਗਾ, ਇਹ ਚੀਜ਼ਾਂ ਚੋਰੀ ਕਰ ਲੂਗਾ। ਦੂਜੇ ਚੋਰ ਨੇ ਪੋਲੀਟੀਸ਼ੀਅਨਸ, ਠੀਕ ਹੈ, ਜਿਨ੍ਹਾਂ ਕਰਕੇ ਅਸੀਂ ਆਪਸ 'ਚ ਲੜਦੇ ਹਾਂ, ਜਿਨ੍ਹਾਂ ਕਰਕੇ ਅਸੀਂ ਆਪਸ 'ਚ ਲੜ ਲੈਂਦੇ ਹਾਂ। ਬਜਾਏ ਕਿ ਆਪਾਂ ਆਪਸ 'ਚ ਲੜੀਏ, ਆਪਾਂ ਸਾਰੇ ਇਕੱਠੇ ਮਿਲ ਕੇ ਵੀ ਜੇ ਕੋਈ ਕਾਂਗਰਸੀ ਹੈ, ਇੱਕ ਘਰ ਕਾਂਗਰਸੀ ਇੱਕ ਅਕਾਲੀ, ਉਹ ਕਵੇ ਕਿ ਛੱਡੋ ਕਾਲੀ ਕਾਂਗਰਸੀ, ਆਪਾਂ ਇਹ ਵੇਖਣਾ ਹੈ ਵੀ ਇਹ ਬੰਦਾ ਚੰਗਾ ਹੈ ਕਿ ਨਹੀਂ ਚੰਗਾ। ਜਿੱਦਣ ਸਾਡੀ ਆਪਣੀ ਇਹ ਸੋਚ ਹੋਗੀ, ਜਿੱਦਣ ਇਹ ਇਨਕਲਾਬ ਤੇ ਕ੍ਰਾਂਤੀ ਆ ਗਈ, ਉਦਣ ਆਪਣੇ ਪੰਜਾਬ ਦਾ ਭਵਿੱਖ ਕੁਝ ਹੋਰ ਹੋਊਗਾ। ਬਿਕਾਜ਼ ਜਿਹੜੇ ਪੋਲੀਟੀਸ਼ੀਅਨ ਚੋਰ ਹੈ ਉਹ ਤੇ ਸਾਡੇ ਬੱਚਿਆਂ ਦਾ ਫਿਊਚਰ, ਹੈਲਥ ਸਭ ਕੁਝ ਚੋਰੀ ਕਰਕੇ ਲੈ ਕੇ ਜਾਂਦੇ ਨੇ, ਔਰ ਆਪਾਂ ਉਹਨਾਂ ਤੋਂ ਯੂਜ਼ ਹੁੰਨੇ ਆ ਇਲੈਕਸ਼ਨ ਦੇ ਟਾਈਮ ਤੇ, ਉਹ ਸਾਡਾ ਇਸਤੇਮਾਲ ਕਰਦੇ ਨੇ। ਬਟ ਆਪਾਂ ਨੂੰ ਇਸਤੇਮਾਲ ਨਹੀਂ ਹੋਣਾ, ਆਪਾਂ ਨੂੰ ਆਪਸ ਦੇ ਵਿੱਚ ਇੱਕ ਸਾਂਝ ਬਣਾ ਕੇ ਛੱਡ ਕੇ ਵੀ ਇਹ ਅਕਾਲੀ ਦਾ ਘਰ ਹੈ, ਇਹ ਆਮ ਦਾ ਘਰ ਹੈ, ਇਹ ਕੁਛ ਨਹੀਂ, ਆਪਸ 'ਚ ਆਪਾਂ ਇੱਕ ਯੂਨਿਟੀ ਬਣਾਈਏ ਪਿੰਡ ਦੇ ਵਿੱਚ, ਇੱਕ ਮਤਾ ਪਾਸ ਕਰਵਾ ਕੇ ਦੇਖੀਏ ਵੀ ਇਸ ਬੰਦੇ ਦਾ ਕਿਰਦਾਰ ਕੀ ਹੈ, ਇਹਨੇ ਪਹਿਲਾਂ ਕੀ ਕੰਮ ਕੀਤੇ ਨੇ ਤੇ ਇਹ ਕਰੂਗਾ ਕਿ ਨਹੀਂ ਕਰੂਗਾ। ਜੇ ਆਪਸ 'ਚ ਸਾਡੇ ਲੋਕਾਂ ਦੀ ਇਸ ਤਰੀਕੇ ਦੀ ਯੂਨਿਟੀ ਹੋਗੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਚੇਂਜ ਆ ਸਕਦਾ ਹੈ। ਮਤਲਬ ਕਿ ਤੁਸੀਂ ਇੱਕ ਤਰ੍ਹਾਂ ਦਾ ਅਪੀਲ ਕਰ ਰਹੇ ਹੋ ਲੋਕਾਂ ਨੂੰ ਵੀ ਪਾਰਟੀ ਬਾਈ ਛੱਡ ਕੇ ਮੁੱਦੇ ਦੇਖੋ, ਬੰਦਿਆਂ ਦੇਖੋ ਤੇ ਉਸ ਹਿਸਾਬ ਨਾਲ ਕਰੋ। ਪਰ ਜਿਹੜੇ ਚਰਨਜੀਤ ਚੰਨੀ ਬਾਰੇ ਤੁਹਾਡਾ ਕੀ ਖਿਆਲ ਹੈ, ਜਿਹੜੇ ਮੁੱਖ ਮੰਤਰੀ ਦਾ ਚਿਹਰਾ ਲਾਇਆ ਗਿਆ ਕਾਂਗਰਸ ਪਾਰਟੀ ਵੱਲੋਂ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬੜਾ ਗੱਜ ਵੱਜ ਕੇ ਐਲਾਨ ਹੋਇਆ ਹੈਗਾ, ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਐਲਾਨਗੀ ਨੂੰ? ਵੇਖੋ, ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੀ, ਇਸ ਕਰਕੇ ਜਿਨ੍ਹਾਂ ਨੂੰ ਮੈਂ ਪਰਸਨਲੀ ਨਹੀਂ ਜਾਣਦੀ ਮੈਂ ਉਹਨਾਂ ਬਾਰੇ ਕਿਵੇਂ ਕੁਐਸਚਨ ਕਰ ਸਕਦੀ ਹਾਂ ਜਾਂ ਬੋਲ ਸਕਦੀ ਹਾਂ, ਰਾਈਟ? ਮੈਂ ਨਹੀਂ ਜਾਣਦੀ ਉਹਨਾਂ ਬਾਰੇ, ਬਟ ਮੈਂ ਕਿਸੇ ਵੀ ਪਰਟੀਕੂਲਰ ਇਨਸਾਨ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੀ ਜਦੋਂ ਤੱਕ ਮੈਂ ਉਹਨਾਂ ਨੂੰ ਜਾਣਦੀ ਨਹੀਂ। ਦੂਜੀ ਗੱਲ ਇਹ ਕਿ ਮੈਂ ਜਿਵੇਂ ਕਿਹਾ ਵੀ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਹਾਂ, ਔਰ ਮੈਂ ਚੰਗੇ ਇਨਸਾਨਾਂ ਦੇ ਨਾਲ ਹਾਂ, ਔਰ ਜਿਹੜੇ ਚੰਗੇ ਲੋਕੀ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ ਮੈਂ ਉਹਨਾਂ ਦੀ ਹੀ ਸਪੋਰਟ ਕਰੂੰਗੀ। ਕਿਉਂਕਿ ਕੱਲ੍ਹ ਨੂੰ ਲੋਕੀ ਮੈਨੂੰ ਵੀ ਕੁਐਸਚਨ ਕਰ ਸਕਦੇ ਆ ਵੀ ਤੂੰ ਇਸ ਬੰਦੇ ਦੀ ਸਪੋਰਟ ਕਰਨ ਵਾਸਤੇ ਆਈ ਸੀਗੀ, ਇਸ ਬੰਦੇ ਨੇ ਤੇ ਸਾਡੇ ਕੰਮ ਹੀ ਨਹੀਂ ਕਰਾਏ, ਇਹਨੇ ਤੇ ਰੇਤ ਮਾਫੀਆ ਕਰ ਲਿਆ, ਇਹਨੇ ਤੇ ਸ਼ਰਾਬ ਦੇ ਠੇਕੇ ਕਰ ਲਏ, ਜਾਂ ਇਹਨੇ ਇਲਾਕੇ 'ਚ ਸ਼ਰਾਬ ਵੰਡੀ ਹੈ। ਵੇਖੋ ਜੀ, ਨਾ ਤੇ ਸਿਮਰਨਜੀਤ ਸਿੰਘ ਮਾਨ ਨੇ ਇਲਾਕੇ 'ਚ ਸ਼ਰਾਬ ਵੰਡੀ ਹੈ, ਨਾ ਸੂਟ ਵੰਡੇ ਹੈ, ਨਾ ਹੀ ਕਿਸੇ ਤਰੀਕੇ ਦੀ ਕਰਪਸ਼ਨ ਕੀਤੀ ਹੈ, ਔਰ ਨਾ ਹੀ ਗੁਲਜ਼ਾਰੀ ਭਾਈ ਨੇ ਕਿਸੇ ਤਰੀਕੇ ਦੀ ਸ਼ਰਾਬ ਵੰਡੀ ਹੈ ਜਾਂ ਕੀਤਾ ਹੈ। ਜਿਹੜੇ ਲੋਕੀ ਇਹੋ ਜਿਹੇ ਕੰਮ ਕਰਨਗੇ, ਆਈ ਐਮ ਸੌਰੀ ਟੂ ਸੇ, ਮੈਂ ਉਹਨਾਂ ਲੋਕਾਂ ਨੂੰ ਸਪੋਰਟ ਨਹੀਂ ਕਰਦੀ, ਬਿਕਾਜ਼ ਆਈ ਐਮ ਅਗੇਂਸਟ ਕਰਪਸ਼ਨ। ਤੇ ਪਿਛਲੇ ਦਿਨੀ ਜਿਹੜੇ ਅਦਾਕਾਰ ਨੇ ਬੀਜੇਪੀ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਆਪਣੇ ਨਾਲ ਸ਼ਾਮਿਲ ਕਰ ਰਹੀ ਹੈ ਲਗਾਤਾਰ ਹੀ। ਪਿਛਲੇ ਦਿਨੀ ਮਾਹੀ ਗਿੱਲ ਜਿਹੜੇ ਕਿ ਪੰਜਾਬੀ ਇੰਡਸਟਰੀ 'ਚ ਥੋੜ੍ਹਾ ਮੂਵੀਆਂ ਕੀਤੀਆਂ ਨੇ, ਨਾਲ ਹੌਬੀ ਧਾਲੀਵਾਲ, ਉਹਨਾਂ ਵੀ ਇਹ ਉਹੀ ਚਿਹਰੇ ਨੇ ਜਿਹੜੇ ਇੱਕ ਦਿਨ ਕਿਸਾਨ ਅੰਦੋਲਨ ਸੀਗੇ ਤੁਹਾਡੇ ਨਾਲ ਤੇ ਵੱਖ-ਵੱਖ ਟਿੱਪਣੀਆਂ ਕਰਦੇ ਨੇ ਕੇਂਦਰ ਦੀ ਸਰਕਾਰ ਉੱਤੇ ਜਾਂ ਭਾਜਪਾ ਦੇ ਉੱਤੇ, ਤੇ ਅੱਜ ਉੱਧਰ ਹੀ ਜਾ ਰਿਹਾ। ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਨੂੰ ਲੱਗਦਾ ਹੈ ਕਿ ਆਪਣਾ ਫਿਊਚਰ ਸੇਫ ਕਰ ਲੈਣ। ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਪੱਖੋਂ ਜਾਂ ਕਿਸੇ ਅਹੁਦੇ ਪੱਖੋਂ ਅਸੀਂ ਸੇਫ ਹੋ ਜਾਈਏ, ਔਰ ਅਸੀਂ ਆਉਣ ਵਾਲੇ ਟਾਈਮ ਦੇ ਉੱਤੇ ਜੇ ਬੀਜੇਪੀ ਸਰਕਾਰ ਸੈਂਟਰ 'ਚ ਰਿਪੀਟ ਹੁੰਦੀ ਹੈ ਸਾਨੂੰ ਚੰਗੇ ਅਹੁਦੇ ਮਿਲ ਜਾਣਗੇ। ਪਰ ਉਹ ਇਹ ਲੋਕੀ ਇਹ ਨਹੀਂ ਦੇਖਦੇ ਕਿ ਸਾਡੀ ਆਈਡੀਓਲੋਜੀ ਕੀ ਹੈ। ਸਾਡੀ ਆਈਡੀਓਲੋਜੀ ਆਰਐਸਐਸ ਨਾਲ ਮਿਲਦੀ ਹੈ, ਸਾਡੀ ਆਈਡੀਓਲੋਜੀ ਬੀਜੇਪੀ ਨਾਲ ਮਿਲਦੀ ਹੈ। ਕੀ ਗੱਲ ਅਸੀਂ ਸਿਰਫ ਪਾਵਰ ਵੇਖਣਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਪੈਸਾ ਦੇਖਣਾ ਚਾਹੁੰਦੇ ਹਾਂ? ਠੀਕ ਹੈ, ਪਾਵਰ ਪੈਸਾ ਤੇ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਕਮਾ ਸਕਦੇ ਹਾਂ, ਰਾਈਟ? ਠੀਕ ਹੈ, ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੱਡਾ ਅਹੁਦਾ ਮਿਲ ਜੂਗਾ ਗਵਰਨਮੈਂਟ ਦੇ ਵਿੱਚ, ਠੀਕ ਹੈ। ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਲੋਕਾਂ ਦੀ ਪਾਵਰ ਤੁਹਾਨੂੰ ਨਾਲ ਲੈ ਕੇ ਚੱਲਣੀ ਚਾਹੀਦੀ ਹੈ। ਜਿਵੇਂ ਇੱਕ ਜਥੇਬੰਦਕ ਰੂਪ ਦੇ ਵਿੱਚ ਵੀ ਇੱਕ ਵੱਡੀ ਪਾਵਰ ਹੁੰਦੀ ਹੈ ਜੋ ਤੁਸੀਂ ਆਪਣੇ ਕੰਮ ਕਰਾਉਂਦੇ ਹੋ। ਬਾਕੀ ਗੱਲ ਰਹੀ ਆਈਡੀਓਲੋਜੀ ਦੀ, ਆਈਡੀਓਲੋਜੀ ਦੇਖ ਲਓ ਕਿ ਬੀਜੇਪੀ ਦੀ ਆਈਡੀਓਲੋਜੀ ਮੈਂ ਪੁੱਛਣਾ ਚਾਹੂੰਗੀ ਮਾਹੀ ਜੀ ਨੂੰ ਵੀ ਔਰ ਹੌਬੀ ਧਾਲੀਵਾਲ ਜੀ ਨੂੰ ਵੀ ਕਿ ਬੀਜੇਪੀ ਦੀ ਜਿਹੜੀ ਆਈਡੀਓਲੋਜੀ ਹੈ ਇਸ ਟਾਈਮ ਤੇ ਹਿੰਦੂ ਰਾਸ਼ਟਰ ਬਣਾਉਣਾ, ਔਰ ਮੁਸਲਿਮਸ ਦੇ ਨਾਲ ਕਾਫੀ ਧੱਕਾ ਹੁੰਦਾ ਆ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ। ਮੈਨੂੰ ਕੋਈ ਬੀਜੇਪੀ ਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਗੀ, ਮੇਰੀ ਸਿਰਫ ਲਾਈਕ ਆਈ ਐਮ ਅ ਵੈਰੀ ਸੈਕੂਲਰ ਪਰਸਨ, ਔਰ ਮੈਂ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਜੋ ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਲਿਖਿਆ ਹੋਇਆ ਆ ਕਿ ਇਕੁਅਲ ਰਾਈਟਸ ਸਾਰਿਆਂ ਨੂੰ ਦੇਣੇ ਚਾਹੀਦੇ ਨੇ। ਕਲਰ ਕਰੀਡ ਕੁਛ ਜੋ ਸਾਡੇ ਪੜ੍ਹਾਇਆ ਜਾਂਦਾ ਸੀਗਾ ਹਿਸਟਰੀ ਦੇ ਵਿੱਚ ਕਿ ਕੋਈ ਫਰਕ ਨਹੀਂ ਹੋਣਾ ਚਾਹੀਦਾ, ਕਿ ਉਹ ਲਾਜ਼ਮੀ ਤੌਰ ਦੇ ਉੱਤੇ ਇਹੋ ਜਿਹਾ ਕੁਛ ਹੋ ਰਿਹਾ ਹੈ? ਨਹੀਂ ਹੋ ਰਿਹਾ। ਮਤਲਬ ਉਹ 'ਚ ਡਿਫਰੈਂਸ਼ੀਏਟ ਕੀਤਾ ਜਾਂਦਾ ਆ, ਜਿਹਦੇ ਨਾਲ ਸਾਡੇ ਅੱਜ ਵੇਖ ਲਓ ਤੁਸੀਂ ਪੰਜਾਬ ਦੇ ਵਿੱਚ ਹੀ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿੰਨੀ ਵਾਰੀ
ਬੇਅਦਬੀ ਹੋਈ ਹੈ ਔਰ ਉਹਦੇ ਉੱਤੇ ਵੀ ਪੋਲਿਟਿਕਸ ਕੀਤੀ ਜਾਂਦੀ ਹੈ ਕਈ ਤਰੀਕੇ ਦੀ। ਔਰ ਮੈਨੂੰ ਇਹ ਲੱਗਦਾ ਹੈ ਕਿ ਧਰਮਵਾਦ ਦੇ ਉੱਤੇ ਜਿਹੜੇ ਆ ਇਸ਼ੂਜ਼ ਬਣਾਉਣੇ ਔਰ ਇੱਕ ਦੰਗਾ ਕਰਾਉਣਾ, ਇਹ ਸਾਰੀ ਨੀਤੀ ਜਿਹੜੀ ਆ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀ। ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗੀ, ਮੈਂ ਕਿਸੇ ਪਾਰਟੀ ਦੇ ਅਗੇਂਸਟ ਨਹੀਂ ਆ, ਬਟ ਮੈਨੂੰ ਆਈਡੀਓਲੋਜੀ ਮੇਰੀ ਮੈਚ ਨਹੀਂ ਖਾਂਦੀ। ਮੈਨੂੰ ਲੱਗਦਾ ਹੈ ਵੀ ਜੇ ਉਹਨਾਂ ਦੇ ਨਾਲ ਵੀ ਅਸੀਂ ਵਿਸਥਾਰ ਰੂਪੀ ਗੱਲ ਕਰੀਏ ਤੇ ਉਹਨਾਂ ਦੀ ਵੀ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਦੇ ਉੱਤੇ ਆਈਡੀਓਲੋਜੀ ਮੈਚ ਖਾਂਦੀ ਹੋਊਗੀ। ਬਟ ਉਹਨਾਂ ਨੇ ਠੀਕ ਹੈ ਜੀ, ਬੀਜੇਪੀ ਅੱਜ ਪਾਵਰ 'ਚ ਹੈ ਤੇ ਬੀਜੇਪੀ ਅਸੀਂ ਜੁਆਇਨ ਕਰ ਲਈਏ। ਬਟ ਜੇ ਅਸੀਂ ਮਤਲਬ ਡੀਪਲੀ ਸੋਚੀਏ, ਕਿਸੇ ਪਾਰਟੀ ਨੂੰ ਜੁਆਇਨ, ਪਾਰਟੀ ਦਾ ਮਤਲਬ ਹੁੰਦਾ ਹੈ ਤੁਹਾਡਾ ਘਰ ਜਿਹਦੇ ਨਾਲ ਤੁਸੀਂ ਲੌਂਗ ਟਰਮ ਚੱਲਣਾ ਹੈ, ਠੀਕ ਹੈ। ਮਤਲਬ ਉਹਦੇ ਨਾਲ ਤੁਹਾਡੀ ਆਈਡੀਓਲੋਜੀ ਮੈਚ ਕਰਨੀ ਬਹੁਤ ਜ਼ਰੂਰੀ ਹੈ। ਅੱਜ ਮੈਂ ਬੀਜੇਪੀ ਜੁਆਇਨ ਕਰ ਲੈਂਦੀ ਹਾਂ, ਮੈਨੂੰ ਬੀਜੇਪੀ ਦੇ ਵਿੱਚ ਰਹਿ ਕੇ ਜੇ ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਮੁਸਲਿਮਸ ਦੇ ਖਿਲਾਫ ਬੋਲ, ਮੈਂ ਨਹੀਂ ਬੋਲ ਸਕਦੀ। ਮੇਰੀ ਆਈਡੀਓਲੋਜੀ ਇਹ ਨਹੀਂ ਕਹਿੰਦੀ। ਮੈਂ ਅਪਰੋਚ ਕੀਤਾ ਵੈਸੇ, ਤੁਹਾਨੂੰ ਅਪਰੋਚ ਕੀਤਾ ਜੀ ਭਾਜਪਾ ਨੇ? ਵੇਖੋ ਮੈਨੂੰ ਅਪਰੋਚ ਕੀਤਾ, ਮੈਂ ਐਵੇਂ ਕਹਾਂ ਮੈਨੂੰ ਅਪਰੋਚ ਨਹੀਂ ਕੀਤਾ, ਬਟ ਮੇਰੀ ਆਈਡੀਓਲੋਜੀ ਨਹੀਂ ਮੈਚ ਖਾਂਦੀ। ਕਰਨ ਨੂੰ ਭਾਜਪਾ ਦੇ ਕੋਲੋਂ ਅਸੀਂ ਕਹਿ ਸਕਦੇ ਹਾਂ ਸਾਡੇ ਪੰਜਾਬ ਵਾਸਤੇ ਤੁਸੀਂ ਡਿਵਰਸੀਫਿਕੇਸ਼ਨ ਆਫ ਕ੍ਰੌਪਸ ਲੈ ਆਓ, ਤੁਸੀਂ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਦੇ ਦਿਓ। ਸਾਡੇ ਫਾਰਮ ਵਾਲੇ ਕਹਿ ਰਹੇ ਆ ਵੀ ਪਹਿਲਾਂ ਮੈਨੂੰ ਮੇਰੀ ਵੱਖ-ਵੱਖ ਵਿਆਖਿਆਵਾਂ ਸੀ ਭਾਜਪਾ ਨੂੰ ਲੈ ਕੇ, ਪਰ ਜਦੋਂ ਮੈਂ ਉਹਨਾਂ ਸੰਗਠਨ ਨਾਲ ਜੁੜਿਆ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਕੀ ਉਹਨਾਂ ਦਾ ਰੀਅਲ ਏਮ ਹੈ, ਕਿਵੇਂ ਉਹਨਾਂ ਨੂੰ ਮਿਸ ਇੰਟਰਪ੍ਰੇਟ ਜਾਂ ਗਲਤ ਤਰੀਕੇ ਨਾਲ ਪੇਸ਼ ਕਰਿਆ ਜਾਂਦਾ ਪੰਜਾਬ ਦੇ ਅੰਦਰ, ਖਾਸ ਕਰਕੇ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ। ਇਹ ਗੱਲ ਹੌਬੀ ਧਾਲੀਵਾਲ ਨੇ ਜਦੋਂ ਸਾਡੇ ਨਾਲ ਇੰਟਰੈਕਟ ਕਰ ਰਹੇ ਸੀ ਮੀਡੀਆ ਨਾਲ, ਉਦੋਂ ਗੱਲਾਂ ਰੱਖੀਆਂ ਨੇ। ਤੇ ਮੈਂ ਹੁਣ ਉਹਨਾਂ ਦੇ ਜਿਹੜੇ ਮੁੱਦੇ ਆ, ਏਜੰਡੇ ਆ, ਲੋਕਾਂ 'ਚ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਜਾਗਰੂਕ ਕਰੂੰਗਾ। ਵੇਖੋ ਬੇਸਿਕਲੀ ਕੀ ਹੈ ਕਿ ਵੇਖੋ ਮੈਂ ਬੀਜੇਪੀ ਦੇ ਵਿੱਚ ਆਰਐਸਐਸ ਦੀ ਰਿਸਪੈਕਟ ਕਰਦੀ ਹਾਂ। ਆਰਐਸਐਸ ਇੱਕ ਇਹ ਜਿਹਾ ਸੰਗਠਨ ਹੈ ਕਿ ਜਿਹੜਾ ਕਿ ਬਿਨਾਂ ਪੈਸੇ ਤੋਂ, ਬਿਨਾਂ ਕਿਸੇ ਲਾਲਚ ਤੋਂ ਇੱਕ ਸੰਗਠਨ ਵਾਈਜ਼ ਲੜਦਾ ਹੈ ਕਿਸੇ ਮੁੱਦੇ ਨੂੰ ਲੈ ਕੇ। ਬਟ ਉਹਨਾਂ ਦੀ ਆਈਡੀਓਲੋਜੀ ਆਪਣੇ ਨਾਲੋਂ ਡਿਫਰੈਂਟ ਹੈ। ਉਹਨਾਂ ਦੀ ਆਈਡੀਓਲੋਜੀ ਹਿੰਦੂ ਰਾਸ਼ਟਰ ਬਣਾਉਣਾ ਆ, ਥੋੜ੍ਹੀ ਉਹ ਕੱਟੜਤਾ ਦੇ ਵੱਲ ਜਾਂਦੇ ਨੇ। ਅਸੀਂ ਕੱਟੜ ਨਹੀਂ ਹੈਗੇ, ਅਸੀਂ ਥੋੜ੍ਹੇ ਸੈਕੂਲਰਿਜ਼ਮ ਵੱਲ ਜਾਂਦੇ। ਅਸੀਂ ਕਹਿੰਦੇ ਹਾਂ ਵੀ ਸਾਰਿਆਂ ਨੂੰ ਇਕੁਅਲੀ ਟਰੀਟ ਕਰਨਾ ਚਾਹੀਦਾ ਆ, ਥੋੜ੍ਹਾ ਉਹ ਕਰਦੇ ਨੇ, ਬਟ ਉਹ ਥੋੜ੍ਹੀਆਂ ਜਿਹੀਆਂ ਡਿਵੀਜ਼ਨਸ ਰੱਖਦੇ ਨੇ ਇਸ ਚੀਜ਼ ਦੇ ਉੱਤੇ। ਸੋ ਇਸ ਕਰਕੇ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹੂੰਗੀ, ਉਹਨਾਂ ਦੀ ਆਪਣੀ ਵਿਚਾਰਧਾਰਾ ਆ, ਇਸੇ ਤਰੀਕੇ ਦੇ ਨਾਲ ਸਾਡੀ ਆਪਣੀ ਵਿਚਾਰਧਾਰਾ ਆ। ਬਟ ਠੀਕ ਆ, ਉਹਨਾਂ ਦੇ ਨਾਲ ਸਾਡੀ ਆਪਣੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਵੀ ਤੇ ਹੁੰਦਾ ਹੀ ਹੈ ਨਾ ਵੀ ਕਿਸੇ ਦੀ ਆਈਡੀਓਲੋਜੀ ਮਿਲਦੀ ਹੈ, ਕਿਸੇ ਦੀ ਨਹੀਂ ਮਿਲਦੀ। ਦੋ ਭਰਾਵਾਂ 'ਚ ਵੀ ਹੋ ਜਾਂਦਾ, ਦੋ ਭੈਣਾਂ 'ਚ ਵੀ ਹੋ ਜਾਂਦਾ, ਹਰ ਇੱਕ 'ਚ ਹੋ ਜਾਂਦਾ ਆ। ਤੇ ਬੇਸਿਕਲੀ ਨਹੀਂ ਮਿਲਦੀ ਤੇ ਨਹੀਂ ਮਿਲਦੀ, ਕੀ ਕਰ ਸਕਦੇ ਆ। ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾਈ ਹੈ, ਕਈ ਜਥੇਬੰਦੀਆਂ ਵਿੱਚ ਨਹੀਂ ਹੈਗੀਆਂ ਪਰ ਕਈ ਜਥੇਬੰਦੀਆਂ ਹੈਗੀਆਂ ਨੇ। ਸੰਯੁਕਤ ਸਮਾਜ ਮੋਰਚਾ ਬਣਾਇਆ, ਦੂਜੇ ਪਾਸੇ ਗੁਰਨਾਮ ਚੜੂਨੀ ਜੀ ਵੀ ਨੇ, ਇਕੱਠੇ ਅਲਾਇੰਸ 'ਚ ਲੜ ਰਹੇ ਹੈ। ਤੇ ਉਹ ਜਿਹੜੇ ਸਿਤਾਰੇ ਜਾਂ ਤੁਸੀਂ ਕਹਿ ਲਓ ਕਲਾਕਾਰ ਅੰਦੋਲਨ 'ਚ ਹੁੰਦੇ ਸੀਗੇ, ਹੁਣ ਇੱਕਦਮ ਦੇਖਿਆ ਜਾਵੇ ਉਹਨਾਂ ਵਾਸਤੇ ਕੈਂਪੇਨ ਨਹੀਂ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ, ਪਾਸਾ ਜਿਹਾ ਵੱਟ ਕੇ ਲੱਗਦਾ। ਕੀ ਕਾਰਨ ਲੱਗਦਾ ਤੁਹਾਨੂੰ ਇਸ ਕਰਕੇ? ਇਹਦਾ ਕੀ ਕਾਰਨ ਲੱਗਦਾ? ਵੇਖੋ ਕਾਰਨ ਇਹੀ ਹੈ ਕਿ ਜੋ ਸਾਡੀਆਂ ਐਕਸਪੈਕਟੇਸ਼ਨਸ ਬਹੁਤ ਹਾਈ ਸੀਗੀਆਂ ਔਰ ਅਸੀਂ ਸੋਚਿਆ ਸੀਗਾ ਕਿ ਜੇ ਕਿਸਾਨ ਲੜਦੇ ਨੇ ਤੇ ਸਾਰੇ ਇਕੱਠੀ ਜਥੇਬੰਦੀਆਂ ਲੜਦੀਆਂ ਨੇ ਇਕੱਠੀਆਂ ਹੋ ਕੇ, ਔਰ ਮਤਲਬ ਇੱਕ ਸਹੀ ਕੈਂਡੀਡੇਟਸ ਨੂੰ ਟਿਕਟ ਦਿੱਤੀ ਜਾਊਗੀ। ਜਦੋਂ ਫਿਰ ਉਹੋ ਜਿਹੇ ਸਾਰੇ ਕੈਂਡੀਡੇਟਸ ਨੂੰ ਟਿਕਟ ਦਿੱਤੀ ਜਾਊਗੀ ਜਿਹੜੇ ਸਾਨੂੰ ਲੱਗਦਾ ਹੈ ਕਿ ਨਹੀਂ ਵੀ ਸਹੀ ਹੈਗੇ, ਕਈ ਹਲਕਿਆਂ 'ਚੋਂ ਇੱਕ ਹਲਕੇ ਨੂੰ ਚੁੱਕ ਕੇ ਦੂਜੇ ਹਲਕੇ ਦੇ ਵਿੱਚ ਟਿਕਟ ਦੇ ਦੇਣਾ ਔਰ ਆਪਣੀ ਪਾਵਰ ਵਿਖਾਉਣੀ ਉਸ 'ਚ, ਉਹ ਤੇ ਬਾਕੀ ਪਾਰਟੀਆਂ ਵੀ ਕਰ ਰਹੀਆਂ ਨੇ। ਫਿਰ ਇਹਨਾਂ 'ਚ ਤੇ ਉਹਨਾਂ 'ਚ ਕੀ ਫਰਕ ਰਿਹਾ ਇਸ ਗੱਲ ਦੇ ਉੱਤੇ, ਰਾਈਟ? ਸੋ ਇਸ ਕਰਕੇ ਬੇਸਿਕਲੀ ਮੈਂ ਤੇ ਨਹੀਂ ਸਪੋਰਟ ਕਰਦੀ ਜੀ ਉਹਨਾਂ ਨੂੰ। ਮੈਨੂੰ ਨਹੀਂ ਵਿਸ਼ਵਾਸ ਹੈਗਾ ਉਹਨਾਂ ਦੇ ਉੱਤੇ। ਮੈਂ ਤੇ ਡਿਊਰਿੰਗ ਅੰਦੋਲਨ ਵੀ ਬਹੁਤ ਕੁਝ ਸਫਰ ਕੀਤਾ ਆ। ਇਹ ਸਾਰੀਆਂ ਗੱਲਾਂ ਮਤਲਬ ਤੁਸੀਂ ਸੋਚੋ, ਲਖੀਮਪੁਰ ਖੀਰੀ ਵੀ ਮੈਂ ਗਈ ਸੀਗੀ, ਉਸ ਮੁੱਦੇ ਦੇ ਉੱਤੇ ਵੀ ਇੱਕ ਗੱਲ ਕਰਨ ਵਾਲੀ ਸੀਗੀ, ਨਹੀਂ ਕੀਤੀ ਸੀਗੀ, ਇੱਕ ਕੁੜੀ ਦੇ ਨਾਲ ਜੋ ਕੁਛ ਹੋਇਆ। ਸੋ ਮੈਂ ਗੱਲ ਹੀ ਨਹੀਂ, ਆਈ ਡੋਂਟ ਸਪੋਰਟ ਦੈਮ ਬੇਸਿਕਲੀ। ਮੈਨੂੰ ਤੇ ਬਾਕੀ ਪਾਰਟੀਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਲੱਗਦਾ, ਠੀਕ ਹੈ। ਮੈਨੂੰ ਪਹਿਲੋਂ ਲੱਗਦਾ ਸੀਗਾ ਕਿ ਸਾਰੇ ਇਕੱਠੇ ਹੋ ਕੇ ਲੜਨਗੇ, ਬਿਕਾਜ਼ ਆਈ ਲਾਈਕ ਉਗਰਾਹਾਂ ਦੀ ਆਈਡੀਓਲੋਜੀ ਐਂਡ ਆਈ ਲਾਈਕ ਕੀਰਤੀ ਕਿਸਾਨ ਯੂਨੀਅਨ ਆਈਡੀਓਲੋਜੀ। ਐਂਡ ਜਿਹੜੀ ਮੇਰੇ ਫਾਦਰ ਦੀ ਜਥੇਬੰਦੀ ਸੀਗੀ, ਉਹ ਨਹੀਂ ਲੜ ਰਹੇ ਇਲੈਕਸ਼ਨ, ਉਹ ਆਪਣੇ ਇੱਕ ਸੰਘਰਸ਼ ਦੇ ਉੱਤੇ ਚੱਲ ਰਹੇ ਨੇ ਔਰ ਸੰਘਰਸ਼ ਕਰਨਗੇ ਔਰ ਲੋਕਾਂ ਦੇ ਮੁੱਦੇ ਚੁੱਕਣਗੇ, ਉਹਨਾਂ ਨੂੰ ਇਹ ਲੱਗਦਾ। ਤੇ ਠੀਕ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਹੈ, ਬਟ ਇਹਨਾਂ ਲੋਕਾਂ ਦੀ ਜਿਹੜੀ ਇੱਕ ਮੈਨੂੰ ਜੋ ਨਹੀਂ ਠੀਕ ਲੱਗਦਾ ਤੇ ਨਹੀਂ ਲੱਗਦਾ।
ਸੁਣੀ ਤੁਸੀਂ ਹਮੇਸ਼ਾ ਔਰਤਾਂ ਦੇ ਮਸਲੇ ਚੱਕਦੇ ਰਹਿੰਦੇ ਹੋ, ਵੋਕਲ ਹੋ ਆਪਣੇ ਸੋਸ਼ਲ ਮੀਡੀਆ ਤੇ ਵੀ ਉਸ ਚੀਜ਼ਾਂ ਨੂੰ ਲੈ ਕੇ। ਬਹੁਤ ਸਾਰੀਆਂ ਔਰਤਾਂ ਐਤਕੀ ਇਲੈਕਸ਼ਨ 'ਚ ਵੀ ਭਾਗ ਲੈ ਰਹੀਆਂ, ਚੋਣਾਂ 'ਚ ਉਮੀਦਵਾਰੀ ਦੇ ਤੌਰ ਤੇ ਉਤਰੀਆਂ ਨੇ। ਤੁਸੀਂ ਕੀ ਉਹਨਾਂ ਨਾਲ ਜਾ ਕੇ ਕੈਂਪੇਨ ਕਰੋਗੇ ਜਾਂ ਹੌਸਲਾ ਅਫਜ਼ਾਈ ਕਰੋਗੇ? ਬਹੁਤ ਸਾਰੇ ਯੰਗ ਔਰਤਾਂ ਵੀ ਉਤਰੀਆਂ ਨੇ ਚੋਣ ਮੈਦਾਨ 'ਚ। ਵੇਖੋ, ਆਉਣਾ ਚਾਹੀਦਾ ਹੈ, ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰ ਮਤਲਬ ਮੈਂ ਲੜਕੀ ਹੂੰ, ਲੜ ਸਕਤੀ ਹੂੰ, ਕਾਂਗਰਸ ਦਾ ਵੀ ਇੱਕ ਨਾਰਾ ਹੈ। ਔਰ ਸੋ ਮੈਂ ਤੇ ਕਹਿੰਨੀ ਆ ਵੀ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰ ਕਾਂਗਰਸ ਨੇ ਕਾਫੀ ਸਾਰੀ ਲੜਕੀਆਂ ਦੀਆਂ ਟਿਕਟਾਂ ਕੱਟਤੀਆਂ, ਜਿਵੇਂ ਦਾਮਨ ਬਾਜਵਾ ਹੋ ਗਏ, ਬਿੱਟੀ ਹੋ ਗਏ, ਤਾਂ ਉਹਨਾਂ ਸਾਰਿਆਂ ਨੇ ਕਿਹਾ ਵੀ ਇਹ ਜਿਹੜਾ ਨਾਰਾ ਇੱਥੇ ਦਾ ਢੁਕਦਾ ਨਹੀਂ ਹੈਗਾ। ਵੇਖੋ, ਬਿੱਟੀ ਜੀ ਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ। ਸ਼ੀ ਇਜ਼ ਅ ਵੈਰੀ ਨਾਈਸ ਲੇਡੀ ਐਂਡ ਅਸੀਂ ਮਿਲਦੇ ਰਹਿੰਦੇ ਹਾਂ। ਜੇ ਕੋਈ ਕਾਨਫਰੰਸਿਸ ਹੁੰਦੀਆਂ ਨੇ ਸਾਡੀਆਂ, ਜਿਵੇਂ ਕੋਈ ਨਿਊਜ਼ 24 ਦਾ, ਅਸੀਂ ਇਕੱਠੇ ਕਈ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਿਆ ਔਰ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਬਿੱਟੀ ਜੀ ਦੀ ਟਿਕਟ ਨਹੀਂ ਕੱਟਣੀ ਚਾਹੀਦੀ ਸੀਗੀ, ਬਿਕਾਜ਼ ਇੰਨੇ ਵਧੀਆ ਬੋਲਦੇ ਨੇ, ਇੰਨਾ ਗੁੱਡ ਸਪੀਕਰ ਨੇ ਔਰ ਚੰਗੇ ਇਨਸਾਨ ਨੇ। ਔਰ ਇੱਕ ਕਾਂਗਰਸ ਦੇ ਵਿੱਚ ਇੱਕ ਚੰਗਾ ਬੁਲਾਰਾ ਸੀਗਾ। ਉਹਨਾਂ ਦੀ ਟਿਕਟ ਕੱਟਣੀ ਨਹੀਂ ਚਾਹੀਦੀ ਕੀ ਸੀਗੀ। ਕਾਰਨ ਲੱਗਦਾ ਤੁਹਾਨੂੰ ਕਿਉਂ ਕੱਟੀ ਗਈ? ਵੇਖੋ ਜੀ, ਮੈਨੂੰ ਨਹੀਂ ਪਤਾ ਕਿ ਕੀ ਕਾਰਨ ਹੈ। ਇਹ ਤੇ ਕਾਂਗਰਸ ਦੀ ਖੁਦ ਦੀ ਇੰਟਰਨਲ ਪੋਲਿਟਿਕਸ ਦੱਸੂਗੀ ਵੀ ਕੀ ਕਾਰਨ ਹੈ। ਬਟ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਬਿੱਟੀ ਜੀ ਦੀ ਟਿਕਟ ਨਹੀਂ ਕੱਟਣੀ ਚਾਹੀਦੀ ਸੀਗੀ। ਤੇ ਤੁਸੀਂ ਵੈਸੇ ਕੈਂਪੇਨ ਕਰੋਗੇ ਔਰਤਾਂ ਵਾਸਤੇ ਜਿਹੜੀਆਂ ਯੰਗ ਉਮੀਦਵਾਰ ਨੇ? ਕਈ ਔਰਤਾਂ ਤਾਂ ਇਹੋ ਜਿਹੀਆਂ ਨੇ ਜਾਂ ਉਮੀਦਵਾਰ ਇਹੋ ਜਿਹੇ ਨੇ ਜਿਹੜੇ ਤਾਂ ਕਿਸੇ ਪਾਰਟੀ ਨਾਲ ਐਸੋਸੀਏਟਿਡ ਹੀ ਹੈਗੀਆਂ, ਆਜ਼ਾਦ ਖੜੀਆਂ ਹੋਈਆਂ ਨੇ। ਵੇਖੋ, ਮੈਨੂੰ ਉਹਨਾਂ ਨੇ ਅਪਰੋਚ ਨਹੀਂ ਕੀਤਾ, ਮੈਂ ਉਹਨਾਂ ਨੂੰ ਜਾਣਦੀ ਨਹੀਂ, ਰਾਈਟ। ਸੋ ਨਾਲੇ ਮੈਂ ਤੁਹਾਨੂੰ ਕਿਹਾ, ਮੈਂ ਉਵੇਂ ਕਹਿੰਦੀ ਹਾਂ ਕਿ ਹਾਂ ਵੀ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ ਔਰ ਪੋਲੀਟਿਕਸ ਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਆ। ਔਰ ਬਟ ਜਿਹੜੇ ਲੋਕਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ, ਜਿਨ੍ਹਾਂ ਦੀ ਮੈਂ ਜ਼ਿੰਮੇਵਾਰੀ ਚੱਕ ਸਕਦੀ ਹਾਂ, ਕਿ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਮੈਨੂੰ ਸ਼ਰਮਿੰਦਿਆਂ ਨਹੀਂ ਹੋਣਾ ਪਊਗਾ ਔਰ ਮੈਨੂੰ ਕੁਐਸਚਨ ਦੇ ਜਵਾਬ ਨਹੀਂ ਦੇਣੇ ਪੈਣਗੇ, ਮੈਂ ਖਾਸ ਕਰਕੇ ਤੇ ਹਜੇ ਤੇ ਸਿਰਫ 2 ਹੀ ਸੀਟਾਂ ਜਿਹੜੀਆਂ ਕੈਂਪੇਨ ਕਰ ਰਹੀ ਹਾਂ। ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ ਆਇਆ ਜਦੋਂ ਦਾ ਡੇਰਾ ਮੁਖੀ ਰਾਮ ਰਹੀਮ ਨੂੰ ਫਰਲੋ ਮਿਲੀ ਹੈਗੀ ਹੈ। ਬਹੁਤ ਜ਼ਿਆਦਾ ਮਾਹੌਲ ਚਰਚਾ ਵਿੱਚ ਹੈ, ਵਿਸ਼ਾ ਕੋਈ ਜਥੇਬੰਦੀਆਂ ਨੂੰ ਚੱਕ ਵੀ ਰਹੀਆਂ ਨੇ, ਕਈ ਵਿਰੋਧ 'ਚ ਵੀ ਨੇ, ਕਈ ਸਪੋਰਟ 'ਚ ਵੀ ਨੇ। ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਮੈਂ ਤੇ ਉਹਨਾਂ ਦੇ ਫੋਲੋਅਰਸ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ, ਜਿਹੜੀ ਮੈਂ ਪਹਿਲੋਂ ਗੱਲ ਕਹਿ ਰਹੀ ਸੀਗੀ, ਕਦੀ ਵੀ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਕੀਮਤੀ ਵੋਟ ਨਾ ਪਾਓ। ਕਦੀ ਵੀ ਕਿਸੇ ਅੱਖਾਂ ਮੀਟ ਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਉਹਨੂੰ ਰੱਬ ਦਾ ਰੂਪ ਦੇ ਦਿਓ। ਪਰਮਾਤਮਾ ਨਿਰੰਕਾਰ ਹੈ, ਪਰਮਾਤਮਾ ਨੂੰ ਕਿਸੇ ਨੇ ਨਹੀਂ ਦੇਖਿਆ। ਔਰ ਮੈਂ ਰਿਸਪੈਕਟ ਕਰਦੀ ਹਾਂ ਜੇ ਤੁਸੀਂ ਤੁਹਾਡੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀ, ਬਟ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਆਪਣੇ ਹਲਕੇ ਦੇ ਵਿੱਚ ਸਹੀ ਬੰਦੇ ਦੀ ਚੋਣ ਕਰਿਓ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ। ਲੱਗਦਾ ਸਿਆਸੀ ਫੈਸਲਾ ਲਿਆ ਗਿਆ ਹੈ, ਪਰ ਭਾਜਪਾ ਇਹ ਕਹਿ ਰਹੀ ਹੈ ਇਹ ਤਾਂ ਐਡਮਿਨਿਸਟ੍ਰੇਟਿਵ ਫੈਸਲਾ ਹੈ, ਇਹ ਸਿਰਫ ਉਹ ਹੋਇਆ ਵੀ ਟਾਈਮਿੰਗ ਉਹ ਹੋ ਗਈ। ਵੇਖੋ, ਪੋਲੀਟਿਕਸ ਇਲੈਕਸ਼ਨਸ ਦੇ ਵੇਲੇ ਜਿਹੜੇ ਵੀ ਇਹੋ ਜਿਹੇ ਫੈਸਲੇ ਲਿੱਤੇ ਜਾਂਦੇ ਆ, ਆਪਾਂ ਸਾਰਿਆਂ ਨੂੰ ਪਤਾ ਉਹ ਸਿਆਸੀ ਫੈਸਲੇ ਨੇ। ਔਰ ਇਹਦੇ ਵਿੱਚ ਕਿਤੇ ਨਾ ਕਿਤੇ ਗੱਠਜੋੜ ਤੇ ਉਹਨਾਂ ਦਾ ਹੋਇਆ ਹੀ ਹੋਊਗਾ ਕਿ ਕਿੰਨੇ ਹੱਦ ਤੱਕ ਉਹ ਜਿਹੜੀ ਵੋਟਾਂ ਨੇ ਉਹ ਭਾਜਪਾ ਨੂੰ ਪਾਉਂਦੇ ਨੇ ਜਾਂ ਦੂਜੀਆਂ ਪਾਰਟੀਆਂ ਨੂੰ, ਜਿਨ੍ਹਾਂ ਦੇ ਨਾਲ ਉਹਨਾਂ ਦਾ ਇੰਟਰਨਲ ਪੋਲੀਟਿਕਸ ਦੇ ਨਾਲ ਗੱਠਜੋੜ ਹੋਇਆ ਹੋਊਗਾ। ਲੱਗਦਾ ਅਸਰ ਪਊਗਾ ਪੰਜਾਬ ਦੀ ਸਿਆਸਤ ਜਾਂ ਚੋਣਾਂ 'ਚ ਵੋਟਾਂ ਵੇਲੇ? ਉਹੀ ਤੇ ਮੈਂ ਕਹਿ ਰਹੀ ਹਾਂ ਵੀ ਨਹੀਂ ਪੈਣਾ ਚਾਹੀਦਾ। ਉਹੀ ਤੇ ਮੈਂ ਕਹਿ ਰਹੀ ਹਾਂ, ਡੇਰਾ ਰਾਮ ਰਹੀਮ ਦੇ ਫੋਲੋਅਰਸ ਨੂੰ ਮੈਂ ਇਹ ਗੱਲ ਕਹਿ ਰਹੀ ਹਾਂ ਵੀ ਤੁਸੀਂ ਅੰਨੇ ਹੋ ਕੇ ਵੋਟਾਂ ਨਾ ਪਾਇਓ। ਵੀ ਤੁਸੀਂ ਵੇਖਿਓ ਵੀ ਆਪਣੇ ਇਲਾਕੇ ਦੇ ਵਿੱਚ ਕਿਹੜਾ ਚੰਗਾ ਇਨਸਾਨ ਹੈ। ਵੀ ਪਾਰਟੀਬਾਜ਼ੀ ਤੋਂ ਉੱਠ ਕੇ, ਮੈਂ ਬਾਰ-ਬਾਰ ਇੱਕੋ ਰਿਕੁਐਸਟ ਕਰ ਰਹੀ ਹਾਂ ਕਿ ਪਾਰਟੀਬਾਜ਼ੀ ਤੋਂ ਉੱਠ ਕੇ ਇੱਕ ਚੰਗੀ ਸ਼ਖਸੀਅਤ ਨੂੰ ਵੋਟ ਪਾਇਓ। ਵੀ ਭਾਵੇਂ ਉਹ ਤੁਹਾਨੂੰ ਜਿਹੜਾ ਮਰਜ਼ੀ ਕੁਛ ਕਹਿ ਦੇ ਆ ਕੇ। ਮੈਨੂੰ ਮੇਰੇ ਮਦਰ ਕਹਿਣਗੇ ਕਿ ਤੂੰ ਇਹਨੂੰ ਵੋਟ ਪਾ, ਮੈਂ ਨਹੀਂ ਪਾਉਂਗੀ ਜਦੋਂ ਤੱਕ ਮੈਨੂੰ ਉਹ ਸਹੀ ਇਨਸਾਨ ਨਹੀਂ ਲੱਗਦਾ। ਬੀਤੇ ਦਿਨੀ ਕਰਨਾਟਕਾ 'ਚ ਕੰਟਰੋਵਰਸੀ ਹੋਈ ਸੀਗੀ, ਵੀਡੀਓਜ਼ ਵੀ ਵਾਇਰਲ ਹੋਈਆਂ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਆਪਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟ ਵੀ ਪਾਈ ਹੈ ਉਹ ਕੁੜੀ ਦੇ ਹੱਕ ਦੇ ਵਿੱਚ, ਕਿਵੇਂ ਦੇਖਦੇ ਹੋ? ਵੇਖੋ, ਮੈਨੂੰ ਇਹ ਲੱਗਦਾ ਹੈ ਕਿ ਕਦੀ ਵੀ ਕਿਸੇ ਧਰਮ ਨੂੰ ਪੋਕ ਨਹੀਂ ਕਰਨਾ ਚਾਹੀਦਾ। ਹਰ ਇੱਕ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਹਰ ਇੱਕ ਰਿਲੀਜਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਜੇ ਉਸ ਕੁੜੀ ਨੂੰ ਮੈਂ ਵੀਡੀਓ ਦੇਖੀ ਆ ਕਿਸ ਤਰੀਕੇ ਦੇ ਨਾਲ ਇੱਕ ਪ੍ਰੋਵੋਕ ਕੀਤਾ ਜਾ ਰਿਹਾ ਸੀਗਾ, ਦੈਟ ਇਜ਼ ਰੀਅਲੀ ਬੈਡ। ਐਵੇਂ ਨਹੀਂ ਹੋਣਾ ਚਾਹੀਦਾ। ਆਪਣੇ ਇੰਡੀਆ ਜਿਹੜੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੇ ਹਾਲਾਤ ਪੈਦਾ ਕਰਨੇ ਇੱਕ ਕੁੜੀਆਂ ਵਾਸਤੇ, ਡਿਸਰਿਸਪੈਕਟ ਕਰਨਾ, ਦੈਟ ਇਜ਼ ਰੀਅਲੀ ਬੈਡ ਐਂਡ ਆਮ ਅਗੇਂਸਟ ਦਿਸ। ਐਂਡ ਇਸੇ ਕਰਕੇ ਮੈਂ ਹਿਜਾਬ ਪਾ ਕੇ ਫੋਟੋ ਪਾਈ ਸੀਗੀ, ਬਿਕਾਜ਼ ਮੈਨੂੰ ਇਹ ਲੱਗਦਾ ਹੈ ਕਿ ਚਲੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਮੈਡਮ ਉਹ ਸਕੂਲ ਯੂਨੀਫਾਰਮ ਆ। ਚਲੋ ਮੈਂ ਮੰਨਦੀ ਹਾਂ ਸਕੂਲ ਯੂਨੀਫਾਰਮ ਆ, ਸਾਰਿਆਂ ਨੂੰ ਬਰਾਬਰ ਦੇ ਨਾਲ ਜਾਣਾ ਚਾਹੀਦਾ ਹੈ। ਬਟ ਸਕੂਲ ਯੂਨੀਫਾਰਮ ਦੇ ਵਿੱਚ ਵੀ ਮੈਂ ਵੀ ਸਕੂਲ ਪੜ੍ਹੀ ਹਾਂ, ਮੇਰੀ ਕਲਾਸ ਦੇ ਵਿੱਚ ਵੀ ਬਹੁਤ ਬੱਚੇ ਸਾਡੇ ਸਕੂਲ ਦੇ ਵਿੱਚ
ਵਿੱਚ ਹੁੰਦੇ ਸੀਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਸੀਗਾ, ਜਿਹੜੇ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਸੀਗੇ, ਠੀਕ ਆ, ਉਹ ਆਪਣੇ ਟ੍ਰੈਡੀਸ਼ਨ ਦੇ ਅਕੋਰਡਿੰਗਲੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਸੀਗੇ। ਬਟ ਇਸੇ ਤਰੀਕੇ ਦੇ ਨਾਲ ਮੁਸਲਿਮ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਇੱਕ ਕਲਚਰ ਆ, ਜਿਹੜੇ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਉਸੇ ਕਮਿਊਨਿਟੀ ਉਸੇ ਕਲਚਰ ਦੇ ਨਾਲ ਵੱਡੇ ਹੋਏ ਨੇ, ਉਸੇ ਤਰੀਕੇ ਨਾਲ ਰਹਿਣਾ ਚਾਹੁੰਦੇ ਨੇ। ਅਸੀਂ ਆਪਾਂ ਉਹਨਾਂ ਨੂੰ ਕਿਉਂ ਉਸ ਚੀਜ਼ ਦੇ ਵਿੱਚ ਆਪਾਂ ਇੰਟਰਫੇਅਰ ਕਰੀਏ? ਜਿਹੜਾ ਬੰਦਾ ਜੋ ਪਾਉਣਾ ਚਾਹੁੰਦਾ ਹੈ ਉਹਨੂੰ ਪਾਉਣਾ ਚਾਹੀਦਾ। ਮੇਨ ਮੁੱਦੇ ਦੀ ਗੱਲ ਇਹ ਹੈ ਐਜੂਕੇਸ਼ਨ। ਐਜੂਕੇਸ਼ਨ ਕੱਪੜਿਆਂ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਐਜੂਕੇਸ਼ਨ ਦਾ। ਐਜੂਕੇਸ਼ਨ ਦੇ ਬੰਦੇ ਨੇ ਆਪਣੀ ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਸੁਣ ਕੇ, ਬੋਲ ਕੇ, ਹੱਥ ਦੇ ਨਾਲ ਕਰਨੀ ਹੈ। ਵਾਈ ਇਲੈਕਸ਼ਨਸ ਤੋਂ ਪਹਿਲਾਂ ਹੀ ਇਹੋ ਜਿਹੇ ਮੁੱਦੇ ਕਿਉਂ ਚੱਕੇ ਜਾਂਦੇ ਨੇ? ਇਹ ਇੱਕ ਸੋਚਣ ਵਾਲੀ ਗੱਲ ਹੈ। ਪੋਲਰਾਈਜੇਸ਼ਨ ਕਰਨ ਵਾਸਤੇ, ਯੂਪੀ ਦੇ ਵਿੱਚ ਵੀ ਪੋਲਰਾਈਜੇਸ਼ਨ ਕਰਨ ਵਾਸਤੇ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ। ਦਿਸ ਇਜ਼ ਆਲ ਪੋਲਿਟਿਕਸ ਐਂਡ ਇਸ ਗੰਦੀ ਪੋਲਿਟਿਕਸ ਤੋਂ ਆਪਾਂ ਨੂੰ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ ਔਰ ਹਮੇਸ਼ਾ ਹਰ ਇੱਕ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਧੀਆਂ ਭੈਣਾਂ ਦੀ ਖਾਸ ਕਰਕੇ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਲੇ ਦੁਆਲੇ ਕੁਛ ਕਿਸੇ ਦੇ ਨਾਲ ਜ਼ਬਰ ਹੋ ਰਿਹਾ ਹੈ, ਗਲਤ ਹੋ ਰਿਹਾ ਹੈ, ਗੁਰੂ ਸਾਹਿਬ ਕਹਿੰਦੇ ਹੈ ਜ਼ਬਰ ਸਹਿਣਾ ਵੀ ਕਿਹਨੂੰ ਕਹਿੰਦੇ ਹੈ ਗੁਨਾਹ ਹੈ, ਔਰ ਜ਼ਬਰ ਕਰਨ ਵੇਖਣਾ ਵੀ ਗੁਨਾਹ ਆ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਔਰ ਜਿਵੇਂ ਮੈਂ ਪਿੱਛੇ ਦਿੱਲੀ ਦੇ ਵਿੱਚ ਵੀ ਰੇਪ ਹੋਇਆ ਸੀਗਾ ਸਾਡੀ ਭੈਣ ਦੇ ਨਾਲ, ਕਿੰਨੇ ਬੰਦਿਆਂ ਨੇ ਕੀਤਾ ਹੈ, ਔਰ ਮੈਂ ਸਲੂਟ ਕਰਦੀ ਹਾਂ ਕਿ ਉਹ ਵੀ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਤੋਂ ਸੀਗੇ, ਅਮਰਦੀਪ ਸਿੰਘ ਜੀ, ਉਹਨਾਂ ਨੇ ਜਾ ਕੇ ਉੱਥੇ ਕੰਧ ਤੇ ਲਿਖ ਕੇ ਆਏ ਸੀਗੇ ਕਿ ਸਾਡੀਆਂ ਭੈਣਾਂ ਦੇ ਉੱਤੇ ਇਹੋ ਜਿਹਾ ਜਬਰ ਕੀਤਾ ਗਿਆ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਮੈਂ ਕਹਿੰਦੀ ਹਾਂ ਵੀ ਇਹੋ ਜਿਹੀ ਹਿੰਮਤ ਹੋਣੀ ਚਾਹੀਦੀ ਹੈ ਵੀ ਆਪਣੇ ਲੋਕਾਂ ਦੇ ਵਿੱਚ ਵੀ ਜਿੱਥੇ ਵੀ ਜ਼ਬਰ ਹੋਵੇ ਤੁਸੀਂ ਆਵਾਜ਼ ਚੁੱਕੋ, ਜ਼ਬਰ ਦੇ ਅਗੇਂਸਟ ਖੜੋ। ਜੇ ਗਵਰਨਮੈਂਟ ਕੁਛ ਨਹੀਂ ਕਰ ਰਹੀ, ਕੋਈ ਕੁਛ ਨਹੀਂ ਕਰ ਰਿਹਾ, ਤੇ ਤੁਹਾਨੂੰ ਖੜੇ ਹੋਣਾ ਚਾਹੀਦਾ ਹੈ। ਔਰ ਬਹੁਤ ਸ਼ਰਮਨਾਕ ਗੱਲ ਹੈ ਕਿ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ, ਉੱਥੋਂ ਦੀ ਸਰਕਾਰ ਨੇ ਉਹ ਸਾਡੇ ਭਰਾ ਦੇ ਉੱਤੇ ਪਰਚਾ ਕੀਤਾ ਹੈ। ਔਰ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦੀ ਹਾਂ, ਜਿਹੜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਕਹਿਣਾ ਚਾਹੁੰਦੀ ਹਾਂ, ਅਪੀਲ ਕਰਨਾ ਚਾਹੁੰਦੀ ਹਾਂ ਕਿ ਗਵਰਨਮੈਂਟ ਨੂੰ ਵੀ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਹੈ, ਹੋਰ ਉਹਨਾਂ ਨੂੰ ਸਜ਼ਾ ਕਿਉਂ ਦੇ ਰਿਹਾ, ਉਹਨਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋਣੀ ਚਾਹੀਦੀ ਹੈ। ਇੱਕ ਆਖਰੀ ਸਵਾਲ, ਹੁਣ ਤੁਹਾਨੂੰ ਸਿਆਸਤ ਲੈ ਕੇ ਕਿਵੇਂ ਦੇਖਦੇ ਹੋ? ਕਿ ਆਉਂਗੇ ਸਿਆਸਤ, ਮੇਨਸਟ੍ਰੀਮ ਸਿਆਸਤ 'ਚ ਆਉਂਗੇ ਆਉਣ ਵਾਲੇ ਦਿਨਾਂ 'ਚ ਜਾਂ ਅੱਗੇ ਡਾਊਨ ਦਾ ਲਾਈਨ? ਕਿਉਂਕਿ ਇੱਕ ਵਾਰ ਤੁਸੀਂ ਚਰਚਾਵਾਂ ਬੜੀਆਂ ਸੀਗੀਆਂ, ਤੁਸੀਂ ਆ ਰਹੇ ਹੋ, ਪਾਰਟੀਆਂ ਵੀ ਜੁਆਇਨ ਕਰ ਰਹੇ ਹੋ, ਹਾਲਾਂਕਿ ਤੁਸੀਂ ਉਸ ਚੀਜ਼ ਨੂੰ ਡਿਨਾਈ ਕਰ ਦਿੱਤਾ, ਪਰ ਹੁਣ ਤੁਸੀਂ ਸਿਆਸਤ ਜਾਓਗੇ? ਫਿਲਹਾਲ ਮੈਂ ਸੋਸ਼ਲ ਐਕਟਿਵਿਸਟ ਹਾਂ। ਮੈਨੂੰ ਅੱਗੇ ਦਾ ਕੁਛ ਨਹੀਂ ਪਤਾ। ਜਦੋਂ ਤੱਕ ਮੇਰੀ ਆਈਡੀਓਲੋਜੀ ਮੇਨ ਹੈਗੀ, ਤੁਹਾਡੀ ਆਈਡੀਓਲੋਜੀ ਮੈਚ ਖਾਣੀ ਕਿਸੇ ਪਾਰਟੀ ਦੇ ਨਾਲ, ਮੈਂ ਬਹਿ ਕੇ ਗੱਲ ਕਰਦੀ ਹੁੰਦੀ ਹਾਂ ਸਾਰਿਆਂ ਦੇ ਨਾਲ। ਜਦੋਂ ਮੈਨੂੰ ਲੱਗਦਾ ਹੈ ਮੇਰਾ ਕੰਫਰਟ ਜ਼ੋਨ ਹੈਗਾ ਆ ਔਰ ਇਹਨਾਂ ਦੀ ਥਿੰਕਿੰਗ ਇਹ ਹੈ, ਇਹਨਾਂ ਦੀ ਥਿੰਕਿੰਗ ਮੇਰੇ ਮੈਚ ਖਾਂਦੀ ਹੈ ਕਿਸੇ ਤਰੀਕੇ ਦੇ ਨਾਲ, ਮੈਂ ਉਹੀ ਪਾਰਟੀ ਜੁਆਇਨ ਕਰੂੰਗੀ ਜੇ ਮੈਂ ਕਰੂੰਗੀ ਵੀ ਇਨ ਫਿਊਚਰ। ਬਟ ਰਾਈਟ ਨਾਓ ਵੇਖੋ, ਮੈਨੂੰ ਇਹ ਨਹੀਂ ਪਤਾ, ਮੈਂ ਐਕਟਰੈਸ ਸੀਗੀ ਔਰ ਮੈਂ ਫਿਲਮਾਂ ਕਰ ਰਹੀ ਹਾਂ, ਮੈਂ ਉਹ ਛੱਡ ਕੇ ਅੰਦੋਲਨ 'ਚ ਆ ਗਈ, ਇੱਥੇ ਆ ਗਈ, ਮੈਨੂੰ ਇਹ ਪਤਾ ਨਹੀਂ ਸੀਗਾ ਸਾਰਾ ਕੁਛ। ਸੋ ਇਨ ਫਿਊਚਰ ਮੈਨੂੰ ਕਿਸੇ ਗੱਲ ਦਾ ਕੁਛ ਨਹੀਂ ਪਤਾ। ਇਨਫੈਕਟ ਪ੍ਰੈਜ਼ੈਂਟ ਇਹ ਪਤਾ ਹੈ ਕਿ ਪ੍ਰੈਜ਼ੈਂਟ ਸੋਸ਼ਲ ਸਿਸਟਮ ਦੇ ਵਿੱਚ ਜੋ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਜੋ ਗਲਤ ਹੋ ਰਹੀਆਂ ਉਹਨਾਂ ਦੇ ਖਿਲਾਫ ਬੋਲੂੰਗੀ, ਜੋ ਸਹੀ ਹੋ ਰਹੀਆਂ ਉਹਨਾਂ ਦਾ ਸਾਥ ਦਊਂਗੀ। ਫਿਰ ਤੋਂ ਇੱਕ ਵਾਰੀ ਅਪੀਲ ਕਰੂੰਗੀ ਪੰਜਾਬ ਦੀ ਆਡੀਅנס ਨੂੰ ਕਿ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਵਾਰੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੰਗੇ ਕਿਰਦਾਰਾਂ ਨੂੰ ਵੋਟ ਪਾਇਓ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸੋਨੀਆ ਮਾਨ। ਤਾਂ ਇਹ ਸੀਗੇ ਸੋਨੀਆ ਮਾਨ ਜਿਨ੍ਹਾਂ ਨੇ ਵੱਡੇ ਪੱਧਰ ਤੇ ਤਾਂ ਮੁੱਖ ਰੱਖਦੇ ਹੋਏ ਇੱਕ ਅਪੀਲ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ, ਕਿਹਾ ਵੀ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਵੋਟ ਪਾਇਓ। ਜਿਹੜਾ ਵੀ ਉਮੀਦਵਾਰ ਤੁਹਾਡੇ ਹਲਕੇ 'ਚ ਵਧੀ ਹੈ ਉਹਨੂੰ ਜਾਣੋ, ਪਰਖੋ ਤੇ ਉਹਨੂੰ ਹੀ ਵੋਟ ਪਾਓ, ਪਾਰਟੀ ਨਾ ਦੇਖੀ ਜਾਵੇ। ਦੂਸਰੀ ਉਹਨਾਂ ਨੇ ਕਿਹਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਡਟ ਕੇ ਖੜ ਗਏ ਨੇ, ਉਹਨਾਂ ਵਾਸਤੇ ਆਉਣ ਵਾਲੇ ਦਿਨਾਂ 'ਚ ਫਿਰ ਤੋਂ ਪ੍ਰਚਾਰ ਕਰਨ ਵਾਸਤੇ ਉਹਨਾਂ ਦੇ ਹਲਕੇ ਵਿੱਚ ਜਾਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭ